ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟੌਪਿਕ ਕਰ ਰਹੇ ਹਾਂ ਜੀ ਇੰਟੈਲੀਜੈਂਸ ਦਾ। ਤੁਹਾਡੇ ਜੋ ਸਿਲੇਬਸ ਦੇ ਵਿੱਚ ਇੰਟੈਲੀਜੈਂਸ ਦਾ ਟੌਪਿਕ ਹੈਗਾ ਜੀ ਕ੍ਰਿਟੀਕਲ ਪਰਸਪੈਕਟਿਵਸ ਆਫ ਦਾ ਕੰਸਟਰਕਟ ਆਫ ਇੰਟੈਲੀਜੈਂਸ, ਤੇ ਇੱਕ ਤੁਹਾਡੇ ਹੈਗਾ ਜੀ ਮਲਟੀ ਡਾਇਮੈਂਸ਼ਨਲ ਇੰਟੈਲੀਜੈਂਸ। ਸੋ ਇਹ ਸਾਰੇ ਹੀ ਜਿਹੜੇ ਟੌਪਿਕ ਹੈ ਮੈਂ ਇਹਦੇ ਵਿੱਚ ਕੰਪਲੀਟ ਕਰਵਾ ਦੇਣੇ ਆ। ਜਿੰਨੀਆਂ ਵੀ ਥਿਊਰੀਜ਼ ਨੇ ਇੰਟੈਲੀਜੈਂਸ ਨੂੰ ਲੈ ਕੇ, ਬੁੱਧੀ ਨੂੰ ਲੈ ਕੇ, ਸੋ ਸਾਰੀਆਂ ਹੀ ਇਸ ਵੀਡੀਓ ਦੇ ਵਿੱਚ ਜਿਹੜੀਆਂ ਕੰਪਲੀਟ ਹੋ ਜਾਣੀਆਂ ਨੇ। ਇਸ ਤੋਂ ਪਹਿਲਾਂ ਵੀ ਪੀਐਸ ਟੈਟ ਦੇ ਨਾਲ ਸੰਬੰਧਿਤ ਮੈਂ ਬਹੁਤ ਸਾਰੇ ਜਿਹੜੇ ਨੋਟਸ ਹੈ ਉਹਨਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਟੈਲੀਜੈਂਸ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ। ਸੋ ਮਲਟੀ ਡਾਇਮੈਂਸ਼ਨਲ ਇੰਟੈਲੀਜੈਂਸ ਤੇ ਕ੍ਰਿਟੀਕਲ ਪਰਸਪੈਕਟਿਵਸ ਆਫ ਦਾ ਕੰਸਟਰਕਟ ਆਫ ਇੰਟੈਲੀਜੈਂਸ, ਇਹ ਵੀ ਤੁਹਾਨੂੰ ਜਿਹੜਾ ਇਸ ਵੀਡੀਓ ਦੇ ਵਿੱਚ ਸਾਰਾ ਕੰਪਲੀਟ ਹੀ ਮਿਲ ਜਾਵੇਗਾ। ਸੋ ਤੁਹਾਨੂੰ ਜਿਹੜੀ ਬੇਸਿਕ ਨੌਲੇਜ ਹੋਣੀ ਤੁਹਾਨੂੰ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਬੇਸਿਕ ਨੌਲੇਜ ਹੋਵੇਗੀ ਤਾਂ ਫਿਰ ਹੀ ਜਾ ਕੇ ਜਿਹੜਾ ਇਹ ਆਬਜੈਕਟਿਵ ਟਾਈਪ ਜੋ ਤੁਹਾਡੇ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ MCQ, ਫਿਰ ਹੀ ਉਹਨਾਂ ਨੂੰ ਤੁਸੀਂ ਸੋਲਵ ਕਰ ਪਾਓਗੇ। ਇਸ ਕਰਕੇ ਜਿਹੜੀ ਨੌਲੇਜ ਹੈ ਉਹਦਾ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹਰ ਇੱਕ ਦੇ ਬਾਰੇ ਦੇ ਵਿੱਚ, ਤੁਹਾਨੂੰ ਥਿੰਕਰਸ ਦੇ ਬਾਰੇ ਵਿੱਚ, ਉਹਨਾਂ ਦੀ ਥਿਊਰੀਜ਼ ਦੇ ਬਾਰੇ ਦੇ ਵਿੱਚ। ਸੋ ਮੈਂ ਇੱਕੋ ਵੀਡੀਓ ਦੇ ਵਿੱਚ ਹੀ ਜਿਹੜਾ ਕਵਰ ਕਰ ਰਹੀ ਹਾਂ ਜੀ ਇੰਟੈਲੀਜੈਂਸ। ਸੋ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ, ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਹੈ, ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਸੋ ਅਲੱਗ ਤੋਂ ਜਿਹੜੀ ਪਲੇਲਿਸਟ ਬਣੀ ਹੋਈ ਹੈ ਜਿੰਦੇ ਵਿੱਚ ਮੈਂ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਮੈਂ ਐਡ ਕਰ ਰਹੀ ਹਾਂ ਟਾਈਮ ਟੂ ਟਾਈਮ। ਸੋ ਅੱਜ ਦੇ ਆਪਾਂ ਨੋਟਸ ਸਟਾਰਟ ਕਰਦੇ ਹਾਂ ਜੀ। ਪਹਿਲਾਂ ਆਪਾਂ ਇੰਟੈਲੀਜੈਂਸ ਦਾ ਮੀਨਿੰਗ ਦੇਖਾਂਗੇ ਕੀ ਹੈ। ਸਾਡੀ ਯੋਗਤਾ ਅਤੇ ਗਿਆਨ ਜਿਸ ਨਾਲ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਪਾਉਂਦੇ ਹਨ, ਇੰਟੈਲੀਜੈਂਸ ਹੀ ਅਖਵਾਉਂਦੀ ਹੈ। ਸੋ ਬੁੱਧੀ ਅਖਵਾਉਂਦੀ ਹੈ ਜਿਹਦੇ ਨਾਲ ਜੋ ਵੀ ਸਮੱਸਿਆਵਾਂ, ਜੋ ਵੀ ਮੁਸ਼ਕਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਅਸੀਂ ਉਹਨਾਂ ਦਾ ਜਿਹੜਾ ਹੱਲ ਹੈ ਉਹ ਕਰ ਪਾਉਂਦੇ ਹਾਂ, ਉਹਨਾਂ ਦਾ ਸਾਹਮਣਾ ਕਰ ਪਾਉਂਦੇ ਹਾਂ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ? ਬੁੱਧੀ ਕਹਿੰਦੇ ਹਾਂ ਜੀ। ਸਾਡੀ ਯੋਗਤਾ ਅਤੇ ਗਿਆਨ ਜਿਸ ਨਾਲ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਪਾਉਂਦੇ ਹਾਂ, ਇੰਟੈਲੀਜੈਂਸ ਅਖਵਾਉਂਦੀ ਹੈ। ਸੋ ਇੰਟੈਲੀਜੈਂਸ ਜਿਹੜਾ ਸ਼ਬਦ ਹੈ ਜੀ ਉਹ ਇੰਟੈਲੀਜੈਂਸੀਆ ਤੋਂ ਬਣਿਆ ਹੈ। ਸੋ ਇਹ ਵੀ ਪਤਾ ਹੋਣਾ ਚਾਹੀਦਾ ਕਿ ਇੰਟੈਲੀਜੈਂਸ ਜੋ ਸ਼ਬਦ ਹੈ ਜੀ ਉਹ ਇੰਟੈਲੀਜੈਂਸੀਆ ਤੋਂ ਬਣਿਆ ਹੈ। ਇਹ ਲਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅੰਡਰਸਟੈਂਡ। ਸੋ ਕਿਸੇ ਵੀ ਚੀਜ਼ ਨੂੰ ਜਿਹੜਾ ਮੁਸ਼ਕਲ ਨੂੰ ਆਪਾਂ ਅੰਡਰਸਟੈਂਡ ਕਰਦੇ ਹਾਂ ਫਿਰ ਆਪਾਂ ਉਹਦਾ ਸਾਹਮਣਾ ਕਰਦੇ ਹਾਂ। ਸੋ ਲਤੀਨੀ ਭਾਸ਼ਾ ਦੇ ਸ਼ਬਦ ਤੋਂ ਲਤੀਨੀ ਭਾਸ਼ਾ ਦਾ ਸ਼ਬਦ ਹੈ ਜੀ ਇੰਟੈਲੀਜੈਂਸੀਆ। ਸੋ ਇਹਦਾ ਮਤਲਬ ਹੈਗਾ ਜੀ ਅੰਡਰਸਟੈਂਡ। ਸੋ ਇਹ ਲਤੀਨੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਜੀ ਇੰਟੈਲੀਜੈਂਸ। ਇੱਕ ਫਾਰਮੂਲਾ ਜੀ, ਇਹ ਵੀ ਜਿਹੜਾ ਪੀਐਸ ਟੈਟ ਦੇ ਵਿੱਚ ਪੁੱਛ ਲਿਆ ਜਾਂਦਾ ਜੀ, ਇਹਨੂੰ ਜਿਹੜਾ ਮੋਲਡ ਕਰਕੇ ਪਾ ਦਿੱਤੀਆਂ ਜਾਂਦੀਆਂ ਜੀ 4 ਆਪਸ਼ਨਸ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਇੰਟੈਲੀਜੈਂਸ ਜਾਂ IQ ਨੂੰ ਜਿਹੜਾ ਮਾਪਣ ਦਾ ਜਿਹੜਾ ਫਾਰਮੂਲਾ ਕੀ ਹੈ। ਇਹ BEd ਦੇ ਵਿੱਚ ਵੀ ਜਿਹੜਾ ਸਿਲੇਬਸ ਦੇ ਵਿੱਚ ਵੀ ਹੈਗਾ। IQ ਨੂੰ ਮਾਪਣ ਦਾ ਫਾਰਮੂਲਾ ਕੀ ਹੈ? IQ ਬਰਾਬਰ ਮੈਂਟਲ ਏਜ, ਸੋ ਕਰੋਨੋਲੋਜੀਕਲ ਏਜ, ਵਾਸਤਵਿਕ ਉਮਰ ਤੇ ਮਲਟੀਪਲਾਈ 100। ਸੋ ਇਹ ਫਾਰਮੂਲਾ ਇਹਨੂੰ ਤੁਸੀਂ ਯਾਦ ਕਰ ਲੈਣਾ। IQ ਕਿੰਦੇ ਬਰਾਬਰ ਹੈ ਜੀ? ਮੈਂਟਲ ਏਜ ਬਟਾ ਲਗਾ ਲਓ ਕਰੋਨੋਲੋਜੀਕਲ ਏਜ ਤੇ ਮਲਟੀਪਲਾਈ 100। ਸੋ ਇਹ ਫਾਰਮੂਲਾ ਬਹੁਤ ਜ਼ਰੂਰੀ ਹੈ, ਇਹਨੂੰ ਯਾਦ ਕਰ ਲਓ। ਸੋ ਇਹਨੂੰ ਤੁਸੀਂ IQ M/6 ਗੁਣਾ 100 ਵੀ ਇਹਨੂੰ ਲਿਖ ਸਕਦੇ ਹੋ। ਸੋ ਤੁਹਾਨੂੰ ਅੱਗੋਂ ਪਤਾ ਹੋਣਾ ਚਾਹੀਦਾ ਕਿ ਕਿਹੜਾ ਵਰਡ ਜਿਹੜਾ ਲਗਾ ਲਓ ਜਾਂ ਕਿੰਨੇ ਦਿੱਤਾ ਸੀ, ਠੀਕ ਹੈ, ਜਾਂ ਕਿੰਨੇ ਯੂਜ਼ ਕੀਤਾ ਸੀ ਸਭ ਤੋਂ ਪਹਿਲਾਂ। ਸੋ ਅਲਬਰਟ ਬਿਨੇ ਸੀ ਜੋ ਅਤੇ ਸਾਈਮਨ ਨੇ ਜੋ ਸੀ ਫਸਟ ਜਿਹੜਾ ਟੈਸਟ ਦਿੱਤਾ ਸੀਗਾ ਸੋ ਇੰਟੈਲੀਜੈਂਸ ਤੇ। ਸੋ ਇੰਟੈਲੀਜੈਂਸ ਤੇ 1904 ਦੇ ਵਿੱਚ ਜਿਹੜਾ ਟੈਸਟ ਦਿੱਤਾ ਸੀ ਸਭ ਤੋਂ ਪਹਿਲਾਂ ਫਸਟ ਟੈਸਟ ਜੇਕਰ ਆ ਜਾਂਦਾ ਜੀ, ਫਸਟ ਟੈਸਟ ਕਿਹਨੇ ਦਿੱਤਾ ਸੀ ਇੰਟੈਲੀਜੈਂਸ ਤੇ ਬੁੱਧੀ ਤੇ? ਤੋ ਅਲਬਰਟ ਬਿਨੇ ਨੇ ਦਿੱਤਾ ਸੀ ਤੇ ਸਾਈਮਨ ਨੇ ਦਿੱਤਾ ਸੀ 1904 ਦੇ ਵਿੱਚ। ਸੋ ਜਿੰਨੀਆਂ ਵੀ ਮੈਂ ਤੁਹਾਨੂੰ ਕਰਵਾ ਰਹੀ ਹਾਂ ਸਾਰੇ ਜਿਹੜੇ ਇੰਪੋਰਟੈਂਟ ਹੀ ਹੋਣਗੇ। ਇਹਨਾਂ ਸਭ ਦੇ ਬਾਰੇ ਦੇ ਵਿੱਚ ਤੁਹਾਨੂੰ ਜਿਹੜੀ ਨੌਲੇਜ ਆ ਉਹ ਹੋਣੀ ਜ਼ਰੂਰੀ ਹੈ। ਇਹ ਜਿਹੜਾ ਟੈਸਟ ਸੀ ਇੰਟੈਲੀਜੈਂਸ ਤੇ ਬੁੱਧੀ ਤੇ 1908 ਦੇ ਵਿੱਚ ਰਿਵਾਈਜ਼ ਵੀ ਕੀਤਾ ਗਿਆ ਸੀਗਾ। ਸੋ IQ ਦਾ ਜੋ ਹੈਗਾ ਜੀ ਲਗਾ ਲਓ ਤੁਸੀਂ ਕੰਸੈਪਟ ਹੈ ਜੀ, ਇਹ 1912 ਦੇ ਵਿੱਚ ਵਿਲੀਅਮ ਸਟਰੀਮ ਨੇ ਜਿਹੜਾ ਇਹਦਾ ਨਾਲ ਸੰਬੰਧਿਤ ਹੈ ਜੀ। IQ ਜੋ ਲਗਾ ਲਓ ਤੁਸੀਂ ਵਰਡ ਹੈ ਜੋ ਯੂਜ਼ ਕੀਤਾ ਜਿਹਨੇ,
1912 ਦੇ ਵਿੱਚ ਵਿਲੀਅਮ ਸਟ੍ਰੀਮ ਨੇ ਜਿਹੜਾ ਇਹ ਯੂਜ਼ ਕੀਤਾ ਸੀ IQ ਦਾ ਵਰਡ। ਸੋ ਮੈਂਟਲ ਏਜ ਜਿਹੜਾ ਸੀ ਉਹ ਅਲਬਰਟ ਬਿਨੇ ਨੇ ਜਿਹੜਾ ਸੀਗਾ ਯੂਜ਼ ਕੀਤਾ ਸੀਗਾ। ਮੈਂਟਲ ਏਜ ਜਿਹੜਾ ਸੰਬੰਧਿਤ ਹੈਗਾ ਜੀ ਉਹ ਹੈਗਾ ਜੀ ਐਲਫਰਡ ਬਿਨੇ ਦੇ ਨਾਲ, ਤੇ IQ ਜਿਹੜਾ ਵਿਲੀਅਮ ਸਟ੍ਰੀਮ ਦੇ ਨਾਲ। IQ ਵਿਲੀਅਮ ਸਟ੍ਰੀਮ ਦੇ ਨਾਲ ਤੇ ਮੈਂਟਲ ਏਜ ਅਲਫਰਡ ਬਿਨੇ ਦੇ ਨਾਲ। ਸੋ IQ ਜੋ ਫਾਰਮੂਲਾ ਦਿੱਤਾ ਸੀਗਾ ਜੀ ਉਹ 1916 ਦੇ ਵਿੱਚ ਜਿਹੜਾ ਸੀਗਾ ਲੂਇਸ ਟਰਮਨ ਨੇ ਯੂਜ਼ ਕੀਤਾ ਸੀਗਾ। ਠੀਕ ਹੈ, IQ ਫਾਰਮੂਲਾ ਸੀ ਜੋ ਉਹ 1916 ਦੇ ਵਿੱਚ ਲੂਇਸ ਟਰਮਨ ਨੇ ਯੂਜ਼ ਕੀਤਾ ਸੀਗਾ IQ ਜੋ ਫਾਰਮੂਲਾ ਸੀ। ਸੋ ਇਹ ਜਿੰਨਾ ਵੀ ਇਹ ਸਾਰੀਆਂ ਇੰਪੋਰਟੈਂਟ ਹੈ ਜੀ, ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ। IQ ਫਾਰਮੂਲਾ 1916 ਦੇ ਵਿੱਚ ਲੂਇਸ ਟਰਮਨ ਨੇ ਯੂਜ਼ ਕੀਤਾ ਸੀਗਾ। ਸੋ ਨੈਕਸਟ ਆਪਾਂ ਕਰਦੇ ਹਾਂ ਜੀ ਇੱਕ ਕਲਾਸੀਫਿਕੇਸ਼ਨ ਹੈ ਜੀ ਆਪਣਾ IQ ਲੈਵਲ ਨੂੰ ਜਿਹੜਾ ਮਾਪਣ ਦਾ। ਸੋ ਆਪਾਂ IQ ਲੈਵਲ 'ਤੇ ਦੱਸ ਸਕਦੇ ਹਾਂ ਕਿ ਇਹ ਜਿਹੜਾ ਪਰਸਨ ਹੈ ਕੀ ਹੈ, ਉਹ ਜੀਨੀਅਸ ਹੈ ਜਾਂ ਉਹ ਈਡੀਅਟ ਹੈ ਜਾਂ ਉਹ ਫੀਡਲ ਮਾਈਂਡਡ ਹੈ ਜਾਂ ਉਹ ਡਲ ਹੈ। ਸੋ ਇਹਦਾ ਵੀ ਜਿਹੜਾ ਇੱਕ ਜਿਹੜਾ IQ ਲੈਵਲ ਨਿਰਧਾਰਿਤ ਕੀਤਾ ਗਿਆ। ਜਿਹੜੇ 140 ਤੋਂ ਵੱਧ ਵਾਲੇ ਹੁੰਦੇ ਨੇ IQ ਵਾਲੇ, ਉਹਨਾਂ ਨੂੰ ਆਪਾਂ ਜੀਨੀਅਸ ਪਰਸਨ ਕਹਿੰਦੇ ਹਾਂ। ਵੈਰੀ ਜੋ ਸੁਪੀਰੀਅਰ ਹੁੰਦੇ ਨੇ ਉਹ 130 ਤੋਂ ਲੈ ਕੇ 139 ਤੱਕ ਹੁੰਦੇ ਨੇ। ਸੋ ਇਕੱਲੇ ਸੁਪੀਰੀਅਰ ਨੇ ਜੋ ਉਹ 120 ਤੋਂ ਲੈ ਕੇ 129 ਤੱਕ। ਅਬਵ ਐਵਰੇਜ ਵਾਲੇ ਜੋ ਹੁੰਦੇ ਨੇ ਉਹ 110 ਤੋਂ ਲੈ ਕੇ 119 ਤੱਕ। ਸੋ ਐਵਰੇਜ ਵਾਲੇ 19 ਤੋਂ ਲੈ ਕੇ 90 ਤੋਂ ਲੈ ਕੇ 110 ਤੱਕ। ਬਿਲੋ ਐਵਰੇਜ ਵਾਲੇ 80 ਤੋਂ ਲੈ ਕੇ 89 ਦੇ ਵਿੱਚ ਆ ਜਾਂਦੇ ਨੇ। ਸੋ ਡਲ ਔਰ ਬੋਰਡਰ ਲਾਈਨ ਦੇ ਵਿੱਚ ਜੋ ਹੁੰਦੇ ਨੇ ਉਹ ਹੈਗੇ ਜੀ 70 ਤੋਂ ਲੈ ਕੇ 79 ਤੱਕ। ਸੋ ਫੀਡਲ ਮਾਈਂਡਡ ਨੇ ਜੋ ਉਹ 50 ਤੋਂ ਲੈ ਕੇ 69 ਤੱਕ। ਸੋ ਇੰਬੀਸਿਕਲਸ ਨੇ ਜੋ ਜਿਹੜੇ ਆ 25 ਤੋਂ ਲੈ ਕੇ 49 ਤੱਕ, ਤੇ ਜੋ ਈਡੀਅਟ ਨੇ ਉਹ 0 ਤੋਂ ਲੈ ਕੇ 24 ਤੱਕ। ਸੋ ਇਸ IQ ਦੇ ਬਾਰੇ ਦੇ ਵਿੱਚ ਜਿਹੜਾ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਹੈ। ਸੋ ਇਹ ਟਾਈਪਸ ਨੇ। ਸੋ ਨਾਲ ਜਿਹੜਾ IQ ਲੈਵਲ ਦੇ ਬਾਰੇ ਦੇ ਵਿੱਚ ਲਿਖਿਆ ਹੋਇਆ, ਸੋ ਇਹਨਾਂ ਦੇ ਬਾਰੇ ਦੇ ਵਿੱਚ ਹੀ ਪਤਾ ਹੋਣਾ ਚਾਹੀਦਾ ਹੈ। ਇਹਦੇ ਵਿੱਚੋਂ ਵੀ ਜਿਹੜਾ ਕਈ ਵਾਰੀ ਜਿਹੜਾ ਕੁਐਸਚਨ ਹੈ ਉਹ ਪੁੱਛ ਲੈਂਦੇ ਨੇ। ਸੋ ਤੁਹਾਨੂੰ ਜਿਹੜਾ ਮੇਨ ਤਾਂ ਜ਼ਰੂਰ ਹੀ ਪਤਾ ਹੋਣਾ ਚਾਹੀਦਾ ਹੈ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਚਾਰਲਸ ਜਿਹੜਾ ਸਪੀਅਰਮੈਨ ਦੀ ਜਿਹੜੀ ਥਿਊਰੀ ਹੈ ਜੀ ਇੰਟੈਲੀਜੈਂਸ ਨੂੰ ਲੈ ਕੇ ਥਿਊਰੀ ਦਿੱਤੀ ਹੈ ਜੀ। ਚਾਰਲਸ ਸਪੀਅਰਮੈਨ ਨੇ ਇੰਟੈਲੀਜੈਂਸ ਨੂੰ ਲੈ ਕੇ 2 ਫੈਕਟਰ ਥਿਊਰੀ ਦਿੱਤੀ ਸੀ ਇਹਨੇ, ਚਾਰਲਸ ਸਪੀਅਰਮੈਨ ਨੇ। ਇਹਦੀ ਥਿਊਰੀ ਨੂੰ 2 ਫੈਕਟਰ ਥਿਊਰੀ ਕਿਉਂ ਕਿਹਾ ਜਾਂਦਾ? ਕਿਉਂਕਿ ਇਹਨੇ ਜਿਹੜਾ ਜਨਰਲ ਫੈਕਟਰ ਦੀ ਗੱਲ ਕੀਤੀ ਹੈ ਤੇ ਸਪੈਸੀਫਿਕ ਫੈਕਟਰ ਦੀ ਗੱਲ ਕੀਤੀ ਹੈ, ਸਧਾਰਨ ਬੁੱਧੀ ਦੀ ਗੱਲ ਕੀਤੀ ਹੈ ਤੇ ਨਾਲ ਜਿਹੜੀ ਖਾਸ ਬੁੱਧੀ ਦੀ ਗੱਲ ਕੀਤੀ ਹੈ। ਤਾਂ ਇਹਦੀ ਜਿਹੜੀ ਥਿਊਰੀ ਹੈ ਜੀ ਇੰਟੈਲੀਜੈਂਸ ਨੂੰ ਲੈ ਕੇ ਉਹਨੂੰ ਜਿਹੜਾ ਹੈ 2 ਫੈਕਟਰ ਜਿਹੜੀ ਥਿਊਰੀ ਹੈ ਉਹ ਕਿਹਾ ਜਾਂਦਾ ਹੈ। ਸੋ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਚਾਰਲਸ ਸਪੀਅਰਮੈਨ ਉਹ ਕੌਣ ਹੈ। ਸੋ ਸਪੀਅਰਮੈਨ ਹੈ ਜੋ ਉਹ ਬ੍ਰਿਟਿਸ਼ ਸਾਈਕੋਲੋਜਿਸਟ ਸੀਗਾ। ਇਹ ਗਲੈਟਨ ਤੋਂ ਪ੍ਰਭਾਵਿਤ ਹੋਏ ਸੀਗੇ। ਇਹਨਾਂ ਨੂੰ ਫੈਕਟਰ ਐਨਾਲਾਈਸਿਸ ਦਾ ਪਿਤਾ ਵੀ ਕਿਹਾ ਜਾਂਦਾ ਹੈ। ਸੋ ਜੋ ਸਪੀਅਰਮੈਨ ਸੀਗੇ ਜੀ ਉਹ ਬ੍ਰਿਟਿਸ਼ ਸਾਈਕੋਲੋਜਿਸਟ ਸੀਗੇ। ਇਹ ਗਲੈਟਨ ਤੋਂ ਜਿਹੜੇ ਸੀ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ ਤੇ ਇਹਨਾਂ ਨੂੰ ਜਿਹੜਾ ਫੈਕਟਰ ਐਨਾਲਾਈਸਿਸ ਦਾ ਜਿਹੜਾ ਪਿਤਾ ਵੀ ਕਿਹਾ ਜਾਂਦਾ ਹੈ ਜੀ ਚਾਰਲਸ ਸਪੀਅਰਮੈਨ ਨੂੰ। ਇਹਨਾਂ ਨੇ ਕਿਹਾ ਕਿ ਇੰਟੈਲੀਜੈਂਸ 2 ਫੈਕਟਰ ਤੋਂ ਹੋਣ ਦੇ ਵਿੱਚ ਆਉਂਦੀ ਹੈ। ਸੋ ਜਿਹੜੀ ਇੰਟੈਲੀਜੈਂਸ ਹੈ ਉਹਨਾਂ ਦੇ ਅਕੋਰਡਿੰਗ, ਚਾਰਲਸ ਸਪੀਅਰਮੈਨ ਦੇ ਅਕੋਰਡਿੰਗ 2 ਫੈਕਟਰ ਤੋਂ ਜਿਹੜੀ ਹੋਣ ਦੇ ਵਿੱਚ ਆਉਂਦੀ ਹੈ। 2 ਫੈਕਟਰਸ ਦੀ ਗੱਲ ਕੀਤੀ ਹੈ। ਇੱਕ ਕੀਤੀ ਹੈ ਜੀ ਇਹਨਾਂ ਨੇ ਜਨਰਲ ਫੈਕਟਰ ਤੇ ਸੈਕਿੰਡ ਇਹਨਾਂ ਨੇ ਕੀਤੀ ਹੈ ਜੀ ਸਪੈਸੀਫਿਕ ਫੈਕਟਰ। ਸੋ ਜਨਰਲ ਫੈਕਟਰ ਦੇ ਵਿੱਚ ਸਧਾਰਨ ਬੁੱਧੀ ਜਾਂ ਆਮ ਤੌਰ 'ਤੇ ਜਿਹੜੀ ਬੁੱਧੀ ਹੁੰਦੀ ਹੈ ਉਹਦੀ ਗੱਲ ਕੀਤੀ ਹੈ। ਸਪੈਸੀਫਿਕ ਫੈਕਟਰ ਦੇ ਵਿੱਚ ਇਹਨਾਂ ਨੇ ਖਾਸ ਬੁੱਧੀ ਦੀ ਗੱਲ ਕੀਤੀ ਹੈ। ਇਸੇ ਕਰਕੇ ਚਾਰਲਸ ਸਪੀਅਰਮੈਨ ਦੀ ਜਿਹੜੀ ਥਿਊਰੀ ਉਹਨੂੰ 2 ਫੈਕਟਰ ਥਿਊਰੀ ਕਿਹਾ ਜਾਂਦਾ ਹੈ। ਸੋ ਪਹਿਲਾਂ ਇਹਨੂੰ ਆਪਾਂ ਜਨਰਲ ਫੈਕਟਰ ਦੀ ਗੱਲ ਕਰਾਂਗੇ। ਇਹਨੂੰ ਜੀ ਜਿਹੜਾ ਫੈਕਟਰ ਵੀ ਕਹਿ ਦਿੱਤਾ ਜਾਂਦਾ ਹੈ। ਸਧਾਰਨ ਬੁੱਧੀ ਤੱਤ ਉਹ ਬੁੱਧੀ ਹੈ ਜੋ ਵਿਅਕਤੀ ਦੇ ਹਰ ਕੰਮ ਵਿੱਚ ਸ਼ਾਮਲ ਹੁੰਦੀ ਹੈ। ਸਧਾਰਨ ਬੁੱਧੀ ਵੰਸ਼ ਹੈਰੀਡਿਟੀ ਰਾਹੀਂ ਮਿਲਦੀ ਹੈ। ਸੋ ਸਧਾਰਨ ਬੁੱਧੀ ਕੀ ਹੈ? ਜੋ ਵਿਅਕਤੀ ਦੇ ਹਰ ਇੱਕ ਜਿਹੜੇ ਕੰਮ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਇਹ ਸਾਨੂੰ ਜਿਹੜੀ ਹੈ ਵੰਸ਼ ਤੋਂ ਮਿਲਦੀ ਹੈ, ਹੈਰੀਡਿਟੀ ਤੋਂ ਮਿਲਦੀ ਹੈ। ਇਹ ਸਿੱਖਣ ਅਤੇ ਪ੍ਰੈਕਟਿਸ ਨਾਲ ਪ੍ਰਭਾਵਿਤ ਨਹੀਂ ਹੁੰਦੀ। ਸੋ ਇਹ ਜਿਹੜੀ ਬੁੱਧੀ ਹੈ ਮਿਲ ਜਾਂਦੀ ਹੈ ਜਨਰਲ ਫੈਕਟਰ, ਇਹ ਗਾ ਲਓ ਤੁਸੀਂ ਪ੍ਰੈਕਟਿਸ ਦੇ ਨਾਲ ਜਾਂ ਆਪਾਂ ਜਦੋਂ ਕੁਝ ਨਵਾਂ ਸਿੱਖਦੇ ਹਾਂ ਉਹਦੇ ਨਾਲ ਬਿਲਕੁਲ ਵੀ ਜਿਹੜੀ ਪ੍ਰਭਾਵਿਤ ਆ ਉਹ ਨਹੀਂ ਹੁੰਦੀ।
ਇਹ ਹਰ ਇੱਕ ਵਿਅਕਤੀ ਦੇ ਵਿੱਚ ਮੌਜੂਦ ਹੁੰਦੀ ਆ, ਪਰ ਇਸ ਦੀ ਮਾਤਰਾ ਜਿਹੜੀ ਵੱਖ-ਵੱਖ ਹੁੰਦੀ ਹੈ। ਹਰ ਇੱਕ ਵਿਅਕਤੀ ਦੇ ਵਿੱਚ ਹੁੰਦੀ ਹੈ ਕਿਉਂਕਿ ਉਹਨੂੰ ਆਪਦੇ ਜਿਹੜੇ ਆ ਵੰਸ਼ ਤੋਂ ਮਿਲਦੀ ਹੈ। ਸੋ ਇਸ ਕਰਕੇ ਇਹਦੀ ਜਿਹੜੀ ਮਾਤਰਾ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਸੋ ਇਹਨੂੰ ਆਪਾਂ ਕਹਿੰਦੇ ਆ ਜੀ ਜਰਨਲ ਫੈਕਟਰ। ਸੋ ਚਾਰਲਸ ਸਪੀਅਰਮੈਨ ਦੀ ਆਪਾਂ ਗੱਲ ਕਰ ਰਹੇ ਹਾਂ। ਨੈਕਸਟ ਆ ਗਿਆ ਜੀ ਸਪੈਸੀਫਿਕ ਫੈਕਟਰ। ਹੁਣ ਸਪੈਸੀਫਿਕ ਫੈਕਟਰ ਕੀ ਹੁੰਦਾ? ਖਾਸ ਕਿਹੜਾ ਜੀ? ਇਹ ਤਬਦੀਲ ਹੁੰਦੀ ਰਹਿੰਦੀ। ਸੋ ਜਿਹੜਾ ਸਪੈਸੀਫਿਕ ਫੈਕਟਰ ਹੈ ਜੀ ਇਹ ਤਬਦੀਲ ਹੁੰਦਾ ਰਹਿੰਦਾ ਹੈ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਆ ਜੀ ਪੰਜਾਬੀ ਦੇ ਵਿੱਚ ਖਾਸ ਬੁੱਧੀ ਲਗਾ ਲਓ ਕਾਰਕ। ਸੋ ਇਹ ਤਬਦੀਲ ਹੁੰਦੀ ਰਹਿੰਦੀ ਹੈ। ਇਸ ਉੱਪਰ ਟ੍ਰੇਨਿੰਗ ਅਤੇ ਸਿੱਖਿਆ ਦਾ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਹੈ। ਸੋ ਬੱਚੇ ਦੇ ਜਿਹੜੀ ਸਕਿੱਲ ਦੇ ਨਾਲ ਇਹ ਜਿਹੜੀ ਹੈ ਥਿਊਰੀ, ਇਹ ਜਿਹੜਾ ਸਪੈਸੀਫਿਕ ਫੈਕਟਰ ਹੈ ਜੀ ਇਹ ਸੰਬੰਧਿਤ ਹੈ। ਇਹ ਅਸੀਂ ਵਾਤਾਵਰਨ ਵਿੱਚ ਰਹਿ ਕੇ ਮਤਲਬ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਕਰਦੇ ਹਾਂ ਜਾਂ ਸਿੱਖਦੇ ਹਾਂ। ਇਸ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਲਰਨ ਅਤੇ ਪ੍ਰੈਕਟਿਸ ਦੇ ਨਾਲ। ਵਿਅਕਤੀਆਂ ਵਿੱਚ ਭਿੰਨਤਾਵਾਂ ਹੁੰਦੀਆਂ ਹਨ, ਇਸ ਕਰਕੇ ਹਰ ਵਿੱਚ ਇਹ ਜਿਹੜੀ ਅਲੱਗ-ਅਲੱਗ ਹੁੰਦੀ ਹੈ। ਸੋ ਜਿਹੜੀ ਸਪੈਸੀਫਿਕ ਫੈਕਟਰ ਹੈ ਜੀ ਇਹ ਜਿਹੜੀ ਤਬਦੀਲ ਹੁੰਦੀ ਰਹਿੰਦੀ ਹੈ। ਟ੍ਰੇਨਿੰਗ ਤੇ ਸਿੱਖਿਆ ਦਾ ਜਿਹੜਾ ਪ੍ਰਭਾਵ ਹੈ ਇਹਦੇ ਉੱਪਰ ਪੈਂਦਾ ਹੈ। ਇਹ ਮੋਸਟਲੀ ਜਿਹੜੀ ਸਕਿੱਲ ਦੇ ਨਾਲ ਸੰਬੰਧਿਤ ਹੈ ਜੀ। ਵਾਤਾਵਰਨ, ਇਹ ਅਸੀਂ ਵਾਤਾਵਰਨ ਵਿੱਚ ਰਹਿ ਕੇ ਮਤਲਬ ਆਲੇ ਦੁਆਲੇ ਤੋਂ ਜਿਹੜੀ ਪ੍ਰਾਪਤ ਕਰਦੇ ਹਾਂ, ਸਿੱਖਦੇ ਹਾਂ। ਇਹਨੂੰ ਜਿਹੜਾ ਤਬਦੀਲ ਵੀ ਕੀਤਾ ਜਾ ਸਕਦਾ ਹੈ। ਲਰਨ ਅਤੇ ਜਿਹੜੇ ਪ੍ਰੈਕਟਿਸ ਆਪਾਂ ਕਰਦੇ ਹਾਂ ਤਾਂ ਇਹ ਜਿਹੜੀ ਤਬਦੀਲ ਵੀ ਹੁੰਦੀ ਹੈ, ਚੇਂਜ ਵੀ ਹੁੰਦਾ ਹੈ। ਜਦ ਕਿ ਜਿਹੜਾ ਜਰਨਲ ਫੈਕਟਰ ਹੈ ਉਹ ਜਿਹੜਾ ਚੇਂਜ ਨਹੀਂ ਹੁੰਦੀ। ਠੀਕ ਹੈ, ਜਿਹੜੀ ਆਮ ਬੁੱਧੀ ਉਹ ਚੇਂਜ ਨਹੀਂ ਹੁੰਦੀ, ਬਟ ਜਿਹੜੀ ਖਾਸ ਬੁੱਧੀ ਹੈ ਜੀ ਉਹ ਚੇਂਜ ਹੁੰਦੀ ਰਹਿੰਦੀ ਹੈ। ਵਿਅਕਤੀਆਂ ਵਿੱਚ ਭਿੰਨਤਾਵਾਂ ਹੁੰਦੀਆਂ ਨੇ, ਇਸ ਕਰਕੇ ਹਰ ਵਿੱਚ ਇਹ ਅਲੱਗ ਹੁੰਦੀ ਹੈ। ਸੋ ਇੱਥੇ ਵੀ ਜਿਹੜੀ ਇਹ ਬੁੱਧੀ ਅਲੱਗ-ਅਲੱਗ ਹੁੰਦੀ ਹੈ, ਸਪੈਸੀਫਿਕ ਫੈਕਟਰ। ਸੋ ਉਸ ਤੋਂ ਬਾਅਦ ਚਾਰਲਸ ਜਿਹੜਾ ਸਪੀਅਰਮੈਨ ਸੀ ਇਹਦੀ ਜਿਹੜੀ ਆਲੋਚਨਾ ਕੀਤੀ ਗਈ ਸੀਗੀ। ਸੋ ਆਲੋਚਨਾ ਕਿਸ ਨੇ ਕੀਤੀ ਹੈ ਆਪਾਂ ਉਹਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ, ਕਿਉਂਕਿ ਤੁਹਾਡੇ ਜਿਹੜਾ ਸਿਲੇਬਸ ਦੇ ਵਿੱਚ ਇਹੀ ਲਿਖਿਆ ਜੀ ਇਹਨਾਂ ਨੇ। ਸੋ ਕ੍ਰਿਟੀਕਲ ਪਰਸਪੈਕਟਿਵ ਆਫ ਦਾ ਕੰਸਟਰਕਟ ਆਫ ਇੰਟੈਲੀਜੈਂਸ। ਠੀਕ ਹੈ, ਸੋ ਚਾਰਲਸ ਸਪੀਅਰਮੈਨ ਦੀ ਆਲੋਚਨਾ ਕੀਤੀ ਗਈ ਸੀ, ਜਿਸ ਕਰਕੇ ਇਸਨੇ ਆਪਣੀ ਥਿਊਰੀ ਦੇ ਵਿੱਚ ਥਰਡ ਫੈਕਟਰ ਨੂੰ ਸ਼ਾਮਿਲ ਕੀਤਾ। ਸੋ ਇਹਦੀ ਜਿਹੜੀ ਥਿਊਰੀ ਸੀ 2 ਫੈਕਟਰ ਥਿਊਰੀ, ਇਹਦੇ ਵਿੱਚ ਇਹਦਾ ਜਿਹੜਾ ਵਿਰੋਧ ਕੀਤਾ ਗਿਆ। ਠੀਕ ਹੈ, ਤੇ ਇਸੇ ਕਰਕੇ ਚਾਰਲਸ ਸਪੀਅਰਮੈਨ ਨੇ ਇੱਕ ਜਿਹੜਾ ਥਰਡ ਫੈਕਟਰ ਵੀ ਇਹਦੇ ਵਿੱਚ ਜਿਹੜਾ ਸ਼ਾਮਿਲ ਹੈ ਕਰ ਦਿੱਤਾ। ਤੇ ਇਹ ਜਿਹੜਾ ਫੈਕਟਰ ਸੀ ਉਹਦਾ ਨਾਮ ਉਹਨਾਂ ਨੇ ਗਰੁੱਪ ਫੈਕਟਰ ਰੱਖਿਆ ਸੀਗਾ। ਇੱਕ ਹੋ ਗਿਆ ਜੀ ਹੁਣ ਜਰਨਲ ਫੈਕਟਰ, ਇੱਕ ਸੀ ਸਪੈਸੀਫਿਕ ਫੈਕਟਰ, ਤੇ ਹੁਣ ਥਰਡ ਇਹਨਾਂ ਨੇ ਜਿਹੜੀ ਹੈ ਸ਼ਾਮਿਲ ਕਰ ਦਿੱਤਾ ਜੀ ਗਰੁੱਪ ਫੈਕਟਰ। ਇਸ ਦੀ ਜਿਹੜੀ ਇਹ ਚਾਰਲਸ ਸਪੀਅਰਮੈਨ ਸੀ ਜਿਹੜੀ ਇਹਦੀ ਜਿਹੜੀ ਥਿਊਰੀ ਦੀ ਆਲੋਚਨਾ ਕੀਤੀ ਸੀ ਉਹ ਕੀਤੀ ਸੀ ਜੀ ਗਿਲਫੋਰਡ ਤੇ ਥਾਡਸਨ ਨੇ। ਸੋ ਇਸ ਦੀ ਜਿਹੜੀ ਚਾਰਲਸ ਸਪੀਅਰਮੈਨ ਦੀ ਆਲੋਚਨਾ ਕੀਤੀ ਸੀ ਗਿਲਫੋਰਡ ਅਤੇ ਥਾਡਸਨ ਨੇ। ਉਹਨਾਂ ਕਿਹਾ ਕਿ ਜਰਨਲ ਫੈਕਟਰ ਅਤੇ ਸਪੈਸੀਫਿਕ ਫੈਕਟਰ ਨੂੰ ਅਸੀਂ ਅਲੱਗ-ਅਲੱਗ ਨਹੀਂ ਮੰਨ ਸਕਦੇ। ਇਹਨਾਂ ਦਾ ਆਪਸ ਦੇ ਵਿੱਚ ਕੋਰਿਲੇਸ਼ਨ ਹੈ, ਆਪਸੀ ਜਿਹੜਾ ਸੰਬੰਧ ਹੈ। ਇਹ ਦੋਨੋਂ ਅੰਤਰ ਸੰਬੰਧਿਤ ਹਨ, ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਸੋ ਚਾਰਲਸ ਸਪੀਅਰਮੈਨ ਨੇ ਕੀ ਕੀਤਾ ਸੀ, ਇਹਨਾਂ ਨੂੰ ਜਿਹੜਾ ਅਲੱਗ-ਅਲੱਗ ਜਿਹੜਾ ਪਰਿਭਾਸ਼ਿਤ ਕੀਤਾ ਸੀਗਾ ਜਰਨਲ ਫੈਕਟਰ ਨੂੰ ਤੇ ਸਪੈਸੀਫਿਕ ਫੈਕਟਰ ਨੂੰ। ਬਟ ਜੋ ਗਿਲਫੋਰਡ ਸੀਗਾ ਤੇ ਥਾਡਸਨ ਸੀਗਾ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ, ਕਿਉਂਕਿ ਇਹ ਦੋਨੋਂ ਇੱਕ ਦੂਜੇ ਦੇ ਨਾਲ ਸੰਬੰਧਿਤ ਹੈ ਤੇ ਇਹਨਾਂ ਨੂੰ ਜਿਹੜਾ ਅਲੱਗ ਹੈ ਉਹ ਨਹੀਂ ਕੀਤਾ ਜਾ ਸਕਦਾ। ਤੇ ਇਸੇ ਬੇਸ ਤੇ ਜਿਹੜੀ ਆਲੋਚਨਾ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗਰੁੱਪ ਫੈਕਟਰ ਆਪਦੇ ਵਿੱਚ ਸ਼ਾਮਲ ਕਰ ਦਿੱਤਾ ਸੀਗਾ। ਇਸ ਤੋਂ ਬਾਅਦ ਸਪੀਅਰਮੈਨ ਨੇ ਗਰੁੱਪ ਫੈਕਟਰ ਨੂੰ ਜਿਹੜਾ ਸੀ ਥਰਡ ਫੈਕਟਰ ਦੇ ਵਿੱਚ ਜਿਹੜਾ ਸ਼ਾਮਲ ਹੈ ਉਹ ਕਰ ਦਿੱਤਾ ਸੀ। ਸੋ ਇਹ ਸੀਗਾ ਜੀ ਚਾਰਲਸ ਸਪੀਅਰਮੈਨ। ਸੋ ਇਹ ਥਿਊਰੀਜ਼ ਨੇ ਇੰਟੈਲੀਜੈਂਸ ਨੂੰ ਲੈ ਕੇ। ਸੋ ਇਹ ਆਪਾਂ ਜਿਹੜੀਆਂ ਨੇ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਹੈ। ਬਾਕੀ ਆਪਾਂ ਹੋਰ ਵੀ ਜਿਹੜੀਆਂ ਥਿਊਰੀਜ਼ ਹੈ ਉਹ ਵੀ ਆਪਾਂ ਕਰਾਂਗੇ। ਸੋ ਨੈਕਸਟ ਆ ਗਈ ਹੈ ਜੀ ਥੋਰਨਡਾਈਕ ਦੀ ਥਿਊਰੀ ਆਪਾਂ ਕਰਾਂਗੇ, ਮਲਟੀ ਫੈਕਟਰ ਥਿਊਰੀ ਆਫ ਇੰਟੈਲੀਜੈਂਸ। ਸੋ ਥੋਰਨਡਾਈਕ ਸੀਗੇ ਜੋ ਉਹਨਾਂ ਦੀ ਜਿਹੜੀ ਮਲਟੀ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਸੀਗੀ। ਇਸ ਦੀ ਜਿਹੜੀ ਥਿਊਰੀ ਨੂੰ ਜਿਹੜਾ ਸੀ ਅਨਾਰਚਿਕ ਥਿਊਰੀ ਵੀ ਜਿਹੜਾ ਕਿਹਾ ਜਾਂਦਾ ਸੀਗਾ। ਥੋਰਨਡਾਈਕ ਦਾ ਵਿਸ਼ਵਾਸ ਹੈ ਕਿ ਜਨਰਲ ਅਬਿਲਿਟੀ ਵਰਗੀ ਕੋਈ ਵੀ ਚੀਜ਼ ਨਹੀਂ ਹੁੰਦੀ। ਸੋ ਜੋ ਥੋਰਨਡਾਈਕ ਸੀਗੇ ਇਹਨਾਂ ਦੀ ਜਿਹੜੀ ਥਿਊਰੀ ਨੂੰ ਜਿਹੜਾ ਸੀ ਅਨਾਰਚਿਕ ਥਿਊਰੀ ਵੀ ਕਿਹਾ ਗਿਆ ਹੈ। ਸੋ ਥੋਰਨਡਾਈਕ ਮੰਨਦੇ ਸੀਗੇ ਕਿ ਜਨਰਲ ਅਬਿਲਿਟੀ ਨਾਮ ਦੀ ਜਿਹੜੀ ਕੋਈ ਵੀ ਜਿਹੜੀ ਚੀਜ਼ ਹੈ ਉਹ ਨਹੀਂ ਹੁੰਦੀ। ਸੋ ਇਹਨਾਂ ਨੇ ਇੰਟੈਲੀਜੈਂਸ ਨੂੰ ਲੈ ਕੇ ਆਉਂਦੇ ਜਿਹੜੇ ਕੁਝ ਗੁਣ ਦੱਸੇ ਨੇ, ਐਟਰੀਬਿਊਟਸ ਦੱਸੇ ਨੇ। ਸੋ ਆਪਦੀ ਥਿਊਰੀ ਇਹਨਾਂ ਦੀ ਮਲਟੀ ਫੈਕਟਰ ਥਿਊਰੀ ਆਫ ਇੰਟੈਲੀਜੈਂਸ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇੰਟੈਲੀਜੈਂਸ ਦੇ ਇਹਨਾਂ ਨੇ ਗੁਣ ਦੱਸੇ ਨੇ। ਸੋ ਇਹ ਜਿਹੜੇ ਵੀ ਆਪਾਂ ਕਰਾਂਗੇ ਜੀ ਇਹਨਾਂ ਦੇ ਗੁਣ, ਇਹਨਾਂ ਦਾ ਜਿਹੜਾ ਤੁਸੀਂ ਪੱਧਰ ਹੈ ਇਹ ਮਤਲਬ ਇੱਦਾਂ ਹੀ ਪੁਆਇੰਟ ਵਾਈਜ਼ ਤੁਸੀਂ ਯਾਦ ਕਰਨੇ ਆ, ਕਿਉਂਕਿ ਕਈ ਵਾਰੀ
ਜਿਹੜਾ ਪੁੱਛ ਲਿਆ ਜਾਂਦਾ ਹੈ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੈਵਲ ਹੈ ਫਸਟ ਤੇ ਸੈਕਿੰਡ ਤੇ ਰੇਂਜ ਹੈ, ਥਰਡ ਤੇ ਏਰੀਆ ਤੇ ਫੋਰਥ ਤੇ ਜਿਹੜੀ ਹੈ ਸਪੀਡ ਹੈ। ਸੋ ਕਈ ਵਾਰੀ ਪੁੱਛ ਲਿਆ ਜਾਂਦਾ ਕਿ ਸੈਕਿੰਡ ਜਿਹੜਾ ਹੈ ਥੋਰਨਡਾਈਕ ਦੇ ਅਨੁਸਾਰ ਜਿਹੜਾ ਰੇਂਜ ਹੈ ਉਹ ਕਿਹੜਾ ਪੱਧਰ ਹੈ, ਤਾਂ ਰੇਂਜ ਨੂੰ ਆਪਾਂ ਸੈਕਿੰਡ ਪੱਧਰ ਦੇਣਾ, ਏਰੀਆ ਨੂੰ ਥਰਡ, ਸਪੀਡ ਨੂੰ ਫੋਰਥ ਤੇ ਲੈਵਲ ਨੂੰ 1। ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਇੰਟੈਲੀਜੈਂਸ ਦੇ ਬਾਰੇ ਦੇ ਵਿੱਚ ਲੈਵਲ ਦੀ ਗੱਲ ਕਰਦੇ ਹਾਂ, ਪੱਧਰ ਹੈ। ਹਰ ਵਿਅਕਤੀ ਦੇ ਵਿੱਚ ਬੁੱਧੀ ਦਾ ਪੱਧਰ ਹੁੰਦਾ ਹੈ। ਹਰ ਵਿਅਕਤੀ ਆਪਣੀ ਬੁੱਧੀ ਨਾਲ ਹੀ ਕਿਸੇ ਮੁਸ਼ਕਲ ਕੰਮ ਨੂੰ ਪੂਰਾ ਕਰ ਸਕਦਾ। ਸੋ ਥੋਰਨਡਾਈਕ ਦੇ ਅਨੁਸਾਰ ਹੈ ਕਿ ਇੰਟੈਲੀਜੈਂਸ ਨੂੰ ਲੈ ਕੇ ਹਰ ਵਿਅਕਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਪੱਧਰ ਹੁੰਦੇ ਆ ਤੇ ਹਰ ਇੱਕ ਵਿਅਕਤੀ ਆਪਣੀ ਬੁੱਧੀ ਦੇ ਅਨੁਸਾਰ ਹੀ ਕਿਸੇ ਵੀ ਜਿਹੜਾ ਮੁਸ਼ਕਲ ਦਾ ਹੱਲ ਕਰਦਾ। ਸੋ ਕੋਈ ਵੀ ਵਿਅਕਤੀ ਜਿਹੜਾ ਉਹ ਸੇਮ ਨਹੀਂ ਹੈਗਾ। ਨੈਕਸਟ ਹੈ ਜੀ ਰੇਂਜ। ਹਰ ਬੁੱਧੀ ਦਾ ਕਹਿੰਦੇ ਘੇਰਾ ਹੁੰਦਾ ਹੈ। ਜਦੋਂ ਨੰਬਰ ਆਫ ਟਾਸਕ ਦਿੱਤੇ ਜਾਂਦੇ ਹਨ ਤਾਂ ਟਾਸਕ ਨੂੰ ਕੰਪਲੀਟ ਕਰਨ ਦਾ ਵੀ ਇੱਕ ਘੇਰਾ ਹੁੰਦਾ ਹੈ। ਸੋ ਰੇਂਜ ਹੁੰਦੀ ਹੈ, ਠੀਕ ਹੈ। ਹਰ ਇੱਕ ਇਨਸਾਨ ਦੀ ਇਹ ਰੇਂਜ ਅਲੱਗ-ਅਲੱਗ ਹੁੰਦੀ ਹੈ। ਕੋਈ ਤਾਂ ਜਿਹੜਾ ਹੈ 100 ਦੇ ਵਿੱਚੋਂ ਜਿਹੜਾ 50% ਜਿਹੜਾ ਪੂਰਾ ਕਰ ਪਾਉਂਦਾ ਕੰਮ, ਕੋਈ 80%, ਕੋਈ 90%, ਕੋਈ 95%, ਕੋਈ 20%। ਸੋ ਹਰ ਇੱਕ ਦੀ ਜਿਹੜੀ ਹੈ ਰੇਂਜ ਹੁੰਦੀ ਹੈ। ਹਰ ਇੱਕ ਵਿਅਕਤੀ ਦੀ, ਹਰ ਬੁੱਧੀ ਦਾ ਜਿਹੜਾ ਇੱਕ ਘੇਰਾ ਹੁੰਦਾ ਹੈ ਹਰ ਦਾ। ਜਦੋਂ ਨੰਬਰ ਆਫ ਟਾਸਕ ਦਿੱਤੇ ਜਾਂਦੇ ਹਨ ਤਾਂ ਟਾਸਕ ਨੂੰ ਕੰਪਲੀਟ ਕਰਨ ਦਾ ਇੱਕ ਜਿਹੜਾ ਘੇਰਾ ਹੁੰਦਾ ਹੈ, ਠੀਕ ਹੈ। ਇੱਕ ਘੇਰਾ ਹੁੰਦਾ ਕਿ ਇਸ ਕੰਮ ਨੂੰ ਪੂਰਾ ਕਰਨਾ ਹੈ ਤੇ ਹਰ ਇੱਕ ਇਨਸਾਨ ਆਪਣੇ ਜਿਹੜੇ ਰੇਂਜ ਦੇ ਮੁਤਾਬਿਕ ਉਸ ਟਾਸਕ ਨੂੰ ਜਿਹੜਾ ਪੂਰਾ ਉਹ ਕਰਦਾ ਹੈ। ਸੋ ਏਰੀਆ, ਬੁੱਧੀ ਵਿੱਚ ਏਰੀਆ ਵੀ ਹੁੰਦਾ ਹੈ, ਕਿੱਥੋਂ ਤੱਕ ਉਹ ਰਿਸਪੌਂਡ ਕਰ ਸਕਦਾ ਹੈ। ਸੋ ਇੱਕ ਜਿਹੜਾ ਰੇਂਜ ਵੀ ਹੁੰਦੀ ਹੈ ਤੇ ਇੱਕ ਏਰੀਆ ਵੀ ਹੁੰਦਾ, ਖੇਤਰ ਵੀ ਹੁੰਦਾ ਕਿ ਕਿੱਥੋਂ ਤੱਕ ਜਿਹੜਾ ਇਹ ਕੋਈ ਵਿਅਕਤੀ ਹੈ ਉਹ ਰਿਸਪੌਂਡ ਹੈ ਉਹ ਕਰ ਸਕਦਾ ਹੈ। ਨੈਕਸਟ ਹੈ ਜੀ ਸਪੀਡ। ਗਤੀ ਵੀ ਬੁੱਧੀ ਵਿੱਚ ਸ਼ਾਮਲ ਹੁੰਦੀ ਹੈ, ਕਿੰਨੀ ਜਲਦੀ ਸਮੱਸਿਆ ਦਾ ਹੱਲ ਕਰ ਪਾਉਂਦਾ। ਸੋ ਸਪੀਡ ਨੂੰ ਵੀ ਆਪਾਂ ਇੰਟੈਲੀਜੈਂਸ ਦੇ ਵਿੱਚ, ਬੁੱਧੀ ਦੇ ਵਿੱਚ ਸ਼ਾਮਲ ਕਰਦੇ ਹਾਂ, ਕਿਉਂਕਿ ਕੋਈ ਤਾਂ ਹੈਗਾ ਕਿ ਬਹੁਤ ਜਲਦੀ ਜਿਹੜਾ ਕੰਮ ਉਹ ਕਰ ਲੈਂਦਾ, ਕਿਸੇ ਨੂੰ ਟਾਈਮ ਲੱਗਦਾ ਹੈ ਨਾ, ਕੋਈ ਜਲਦੀ ਚੀਜ਼ ਸਿੱਖ ਜਾਂਦਾ, ਕੋਈ ਘੱਟ ਚੀਜ਼ ਸਿੱਖ ਜਾਂਦਾ। ਸੋ ਇਹ ਵੀ ਚੀਜ਼ਾਂ ਜਿਹੜੀਆਂ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਹੈ। ਸੋ ਲੈਵਲ, ਪੱਧਰ, ਰੇਂਜ, ਏਰੀਆ ਤੇ ਸਪੀਡ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਥੋਰਨਡਾਈਕ ਦੀ ਜਿਹੜੀ ਥਿਊਰੀ ਦੇ ਨਾਲ ਸੰਬੰਧਿਤ ਹੈ। ਸੋ ਇੰਟੈਲੀਜੈਂਸ ਦੀਆਂ ਕਿਸਮਾਂ ਥੋਰਨਡਾਈਕ ਦੇ ਅਨੁਸਾਰ ਕਿਹੜੀਆਂ-ਕਿਹੜੀਆਂ ਨੇ। ਫਸਟ ਹੈਗੀ ਹੈ ਜੀ ਸੋਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿ ਉਹ ਕਹਿੰਦੇ ਇੰਟੈਲੀਜੈਂਸ ਦੀਆਂ ਜਿਹੜੀਆਂ ਕਿਸਮਾਂ ਦੇ ਵਿੱਚ ਜਿਹੜੀ ਸੋਸ਼ਲ ਇੰਟੈਲੀਜੈਂਸ ਵੀ ਹੈ, ਸਮਾਜ ਵਿੱਚ ਲੋਕਾਂ ਨਾਲ ਗੱਲਬਾਤ ਸਮਝਣਾ ਤੇ ਸਾਡਾ ਸਮਾਜਿਕ ਮੇਲ ਜੋਲ। ਸੋ ਇਹ ਜਿਹੜਾ ਹੈ ਸੋਸ਼ਲ ਇੰਟੈਲੀਜੈਂਸ ਹੈ ਕਿ ਸਾਡਾ ਜਿਹੜੀ ਲੋਕਾਂ ਨਾਲ ਗੱਲਬਾਤ ਦਾ ਤਰੀਕਾ ਕਿੱਦਾਂ ਦਾ, ਸਾਡੀ ਜਿਹੜੀ ਸਮਝ ਕਿੱਦਾਂ ਦੀ ਹੈ, ਸਾਡਾ ਮੇਲ ਜੋਲ ਕਿੱਦਾਂ ਦਾ, ਠੀਕ ਹੈ, ਕੀ ਕਰ ਰਹੇ ਹਾਂ ਆਪਾਂ ਸਮਾਜ ਦੇ ਲਈ, ਇਹ ਜਿਹੜਾ ਸੋਸ਼ਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਹੈ। ਨੈਕਸਟ ਹੈ ਜੀ ਕੌਨਕਰੀਟ ਇੰਟੈਲੀਜੈਂਸ, ਠੀਕ ਹੈ। ਸੋ ਮੂਰਤ ਆਬਜੈਕਟ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕੀਏ, ਦੇਖ ਸਕੀਏ, ਸੋ ਉਹਨਾਂ ਨੂੰ ਜਿਹੜਾ ਕੌਨਕਰੀਟ ਇੰਟੈਲੀਜੈਂਸ ਕਹਿ ਦਿੱਤਾ ਜਾਂਦਾ ਹੈ। ਸੋ ਬੁੱਧੀ ਵਿੱਚ ਅਜਿਹੀ ਯੋਗਤਾ ਜਿਹੜੀ ਵੀ ਚੀਜ਼ ਨੂੰ, ਬੁੱਧੀ ਵਿੱਚ ਅਜਿਹੀ ਯੋਗਤਾ ਜਿਹੜੀ ਕਿਸੇ ਵੀ ਚੀਜ਼ ਨੂੰ ਕੰਟਰੋਲ ਕਰ ਸਕੇ। ਇਸ ਬੁੱਧੀ ਵਿੱਚ ਜੋ ਲੋਕ ਮੈਨੂਅਲ ਵਰਕ ਕਰਦੇ ਹਨ ਉਹ ਸ਼ਾਮਲ ਹੁੰਦੇ ਹਨ। ਸੋ ਮੈਨੂਅਲ ਜਿਹੜੇ ਵਰਕ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ, ਜਿਵੇਂ ਜਿਹੜਾ ਆਰਕੀਟੈਕਚਰ ਜਾਂ ਲਗਾ ਲਓ ਤੁਸੀਂ ਇੰਜੀਨੀਅਰ ਜੋ ਲੋਕ ਹੁੰਦੇ ਨੇ ਉਹਨਾਂ ਨੂੰ ਦੀ ਜਿਹੜੀ ਬੁੱਧੀ ਹੁੰਦੀ ਹੈ, ਉਹਨਾਂ ਦਾ ਕਹਿਣਾ ਕਿ ਇਹ ਕੌਨਕਰੀਟ ਜਿਹੜੀ ਇੰਟੈਲੀਜੈਂਸ ਉਹਨੂੰ ਆਪਾਂ ਕਵਾਂਗੇ, ਠੀਕ ਹੈ। ਜਿਹੜੇ ਕਿਸੇ ਵੀ ਜਿਹੜਾ ਚੀਜ਼ ਨੂੰ ਜਿਹੜਾ ਕੰਟਰੋਲ ਹੈ ਉਹ ਕਰ ਸਕਦੇ। ਸੋ ਮੈਨੂਅਲ ਵਰਕ ਜਿਹੜੇ ਲੋਕ ਕਰਦੇ ਨੇ ਉਹ ਜਿਹੜੇ ਆ ਇਸ ਦੇ ਵਿੱਚ ਆਉਂਦੇ ਨੇ ਕੌਨਕਰੀਟ ਇੰਟੈਲੀਜੈਂਸ ਦੇ ਵਿੱਚ, ਬੁੱਧੀ ਦੇ ਵਿੱਚ। ਸੋ ਉਹਨਾਂ ਦੇ ਵਿੱਚ ਜਿਹੜੀ ਇਹ ਵਾਲੀ ਇੰਟੈਲੀਜੈਂਸ ਹੁੰਦੀ ਹੈ। ਸੋ ਸੋਸ਼ਲ ਦੇ ਵਿੱਚ, ਸਮਾਜ ਦੇ ਵਿੱਚ ਆਪਣੇ ਜਿਹੜਾ ਮੇਲ ਜੋਲ ਲਗਾ ਲਓ। ਸੋ ਅੱਗੇ ਆ ਗਿਆ ਜੀ ਐਬਸਟਰੈਕਟ ਇੰਟੈਲੀਜੈਂਸ ਕਿਹੜੀ ਹੁੰਦੀ ਹੈ। ਸੋ ਅਮੂਰਤ ਚੀਜ਼ਾਂ ਨੂੰ ਦੇਖ ਨਹੀਂ ਸਕਦੇ, ਇਮੈਜਿਨ ਕਰ ਸਕਦੇ ਹਾਂ। ਸੋ ਇਹ ਵੀ ਬੁੱਧੀ ਦੀ ਜਿਹੜੀ ਕਿਸਮ ਦੇ ਵਿੱਚ ਸ਼ਾਮਲ ਹੈ। ਸੋ ਐਬਸਟਰੈਕਟ ਇੰਟੈਲੀਜੈਂਸ, ਅਮੂਰਤ ਚੀਜ਼ਾਂ ਨੂੰ ਦੇਖ ਨਹੀਂ ਸਕਦੇ, ਇਮੈਜਿਨ ਕਰ ਸਕਦੇ ਹਾਂ। ਇਸ ਬੁੱਧੀ ਵਿੱਚ ਮੌਖਿਕ ਜਾਂ ਸੰਕੇਤਾਂ ਦੇ ਰਾਹੀਂ ਕਿਸੇ ਬਾਰੇ ਸੋਚ ਕੇ ਇਸ ਬੁੱਧੀ ਦੀ ਵਰਤੋਂ ਹੁੰਦੀ ਹੈ। ਸੋ ਇਹ ਵਾਲੀ ਜਿਹੜੀ ਬੁੱਧੀ ਹੁੰਦੀ ਹੈ ਜੀ, ਇਹ ਜਿਹੜੀ ਹੈ ਮੌਖਿਕ ਜਾਂ ਸੰਕੇਤਾਂ ਦੇ ਰਾਹੀਂ ਕਿਸੇ ਬਾਰੇ ਸੋਚ ਕੇ ਜਿਹੜਾ ਇਸ ਬੁੱਧੀ ਦੀ ਜਿਹੜੀ ਵਰਤੋਂ ਹੈ ਹੁੰਦੀ ਹੈ। ਸੋ ਇਹਦੇ ਵਿੱਚ ਜਿਹੜੇ ਦਾਰਸ਼ਨਿਕ ਸ਼ਾਮਲ ਹੁੰਦੇ ਆ, ਰਾਈਟਰ ਸ਼ਾਮਲ ਹੁੰਦੇ ਆ ਤੇ ਕਲਾਕਾਰ ਇਹਦੇ ਵਿੱਚ ਸ਼ਾਮਲ ਹੁੰਦੇ ਆ। ਫਿਲੋਸਫਰ, ਰਾਈਟਰ ਤੇ ਕਲਾਕਾਰ ਇਹਦੇ ਵਿੱਚ ਸ਼ਾਮਲ ਹੁੰਦੇ ਆ। ਇਸ ਬੁੱਧੀ ਵਿੱਚ ਮੌਖਿਕ ਜਾਂ ਸੰਕੇਤਾਂ ਦੇ ਰਾਹੀਂ ਕਿਸੇ ਬਾਰੇ ਸੋਚ ਕੇ ਇਸ ਬੁੱਧੀ ਦੀ ਜਿਹੜੀ ਵਰਤੋਂ ਹੈ ਉਹ ਹੁੰਦੀ ਹੈ। ਦਾਰਸ਼ਨਿਕ ਸ਼ਾਮਲ ਹੁੰਦੇ ਆ, ਰਾਈਟਰ ਸ਼ਾਮਲ ਹੁੰਦੇ ਆ ਤੇ ਕਲਾਕਾਰ ਸ਼ਾਮਲ ਹੁੰਦੇ ਨੇ।
ਸੋ ਇਹ ਤਿੰਨ ਜਿਹੜੀਆਂ ਕਿਸਮਾਂ ਦੀ ਗੱਲ ਕੀਤੀ ਹੈ ਜੀ ਜਿਹੜੀ ਹੈ ਥੋਰਨਡਾਈਕ ਨੇ। ਸੋ ਥੋਰਨਡਾਈਕ ਨੇ ਕੀਤੀ ਹੈ ਜੀ ਸੋਸ਼ਲ ਇੰਟੈਲੀਜੈਂਸ ਦੀ, ਕੰਕਰੀਟ ਇੰਟੈਲੀਜੈਂਸ ਦੀ ਅਤੇ ਐਬਸਟਰੈਕਟ ਇੰਟੈਲੀਜੈਂਸ ਦੀ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਥਰਸਟੋਨ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ। ਸੋ ਥਰਨਸਟੋਨ ਦੀ ਹੈਗੀ ਹੈ ਜੀ ਪ੍ਰਾਇਮਰੀ ਮੈਂਟਲ ਅਬਿਲਿਟੀ, ਜਿਹਨੂੰ PMA ਵੀ ਕਹਿ ਦਿੱਤਾ ਜਾਂਦਾ ਹੈ। ਪ੍ਰਾਇਮਰੀ ਮੈਂਟਲ ਅਬਿਲਿਟੀ ਥਰਨਸਟੋਨ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ। ਸੋ ਥਰਨਸਟੋਨ ਦੇ ਬੁੱਧੀ ਬਾਰੇ ਸਿਧਾਂਤ ਨੂੰ ਜਿਹੜਾ ਬਹੁਕਾਰਕ ਬੁੱਧੀ ਸਿਧਾਂਤ, ਜਿਸ ਨੂੰ ਇੰਗਲਿਸ਼ ਦੇ ਵਿੱਚ ਮਲਟੀਪਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਵੀ ਕਿਹਾ ਦਿੱਤਾ ਜਾਂਦਾ ਹੈ। ਸੋ ਮਲਟੀਪਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਥਰਸਟਨ ਦੀ ਹੈ ਜੀ ਪ੍ਰਾਇਮਰੀ ਮੈਂਟਲ ਅਬਿਲਿਟੀ PMA। ਸੋ ਇਹਦੀ ਜਿਹੜੀ ਥਿਊਰੀ ਹੈ ਜੀ ਬਹੁਕਾਰਕ ਬੁੱਧੀ ਜਿਹੜਾ ਇਹਦਾ ਹੈਗਾ ਜੀ ਸਿਧਾਂਤ, ਇਹਨੂੰ ਇੰਗਲਿਸ਼ ਦੇ ਵਿੱਚ ਮਲਟੀਪਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਜਾਂ ਇਹਨੂੰ ਥਿਊਰੀ ਆਫ ਪ੍ਰਾਇਮਰੀ ਮੈਂਟਲ ਅਬਿਲਿਟੀ ਵੀ ਕਿਹਾ ਜਾਂਦਾ ਹੈ। ਸੋ ਥਰਨਸਟੋਨ ਨੇ 7 ਜਿਹੜੇ ਪ੍ਰਾਇਮਰੀ ਅਬਿਲਿਟੀ ਦੀ ਜਿਹੜੀ ਗੱਲ ਕੀਤੀ ਹੈ, 7 ਜਿਹੜੀਆਂ ਪ੍ਰਾਇਮਰੀ ਅਬਿਲਿਟੀਜ਼ ਦੀ ਗੱਲ ਕੀਤੀ ਹੈ, ਇਹਨਾਂ ਉੱਪਰ ਜਿਹੜਾ ਫੋਕਸ ਹੈ ਉਹ ਕੀਤਾ ਹੈ। ਸੋ ਥਰਨਸਟੋਨ ਨੇ ਜਿਹੜਾ 7 ਜਿਹੜਾ ਪ੍ਰਾਇਮਰੀ ਅਬਿਲਿਟੀਜ਼ ਦੀ ਗੱਲ ਕੀਤੀ ਹੈ ਅਤੇ ਇਹਨਾਂ ਉੱਪਰ ਜਿਹੜਾ ਫੋਕਸ ਹੈ ਉਹ ਕੀਤਾ ਹੈ। ਸੋ ਪ੍ਰਾਇਮਰੀ ਮੈਂਟਲ ਅਬਿਲਿਟੀ ਦੇ ਵਿੱਚ ਜਿਹੜੀਆਂ ਨੇ 7 ਜਿਹੜੀਆਂ ਅਬਿਲਿਟੀਜ਼ ਨੇ। ਸੋ ਵਰਬਲ ਅਬਿਲਿਟੀ ਹੈ ਜੀ, ਇਹਨੂੰ ਆਪਾਂ ਵੀ ਕਹਿ ਦਿੰਦੇ ਹਾਂ। ਸੋ ਕਿਹੜੀ ਗੱਲ ਕੀਤੀ ਹੈ ਜੀ ਥਰਸਟੋਨ ਨੇ? ਸੋ ਉਹਦੇ ਬਾਰੇ ਦੇ ਵਿੱਚ ਗੱਲ ਕਰਾਂਗੇ। 7 ਅਬਿਲਿਟੀਜ਼ ਹੁੰਦੀਆਂ ਨੇ। ਫਸਟ ਹੈ ਜੀ ਵਰਬਲ ਅਬਿਲਿਟੀ ਹੈ ਜੀ, ਵੀ ਬੋਲਣ ਅਤੇ ਸਮਝਣ ਦੀ ਜਿਹੜੀ ਯੋਗਤਾ ਹੈ ਸਭ ਤੋਂ ਪਹਿਲਾਂ ਬੱਚੇ ਦੇ ਵਿੱਚ, ਇਹਨੂੰ ਜਿਹੜੀ ਆਪਾਂ ਜਿਹੜੀ ਹੈ ਪ੍ਰਾਇਮਰੀ ਮੈਂਟਲ ਅਬਿਲਿਟੀ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਕਿਹੜੇ ਹੈ ਜੀ? ਫਸਟ ਹੈ ਜੀ ਬੋਲਣ ਅਤੇ ਸਮਝਣ ਦੀ ਯੋਗਤਾ ਜੀ, ਵਰਬਲ ਅਬਿਲਿਟੀ, ਇਹਨੂੰ ਆਪਾਂ ਵੀ ਕਹਿ ਦਿੰਦੇ ਹਾਂ। ਸੈਕਿੰਡ ਹੈ ਜੀ ਵਰਡ ਫਲੂਐਂਸੀ ਅਬਿਲਿਟੀ ਔਰ W, ਜਦੋਂ ਸ਼ਬਦਾਂ ਦੀ ਸਮਝ ਆ ਜਾਂਦੀ ਹੈ, ਸਹੀ ਤਰੀਕੇ ਨਾਲ ਸ਼ਬਦ ਅਤੇ ਹੋਰ ਸਮੱਗਰੀ ਬੋਲਣ ਦੀ ਜਿਹੜੀ ਯੋਗਤਾ। ਸੋ ਇਹ ਵੀ ਚੀਜ਼ ਇਹਦੇ ਵਿੱਚ ਸ਼ਾਮਲ ਹੁੰਦੀਆਂ ਨੇ। 7 ਅਬਿਲਿਟੀਜ਼ ਹੁੰਦੀਆਂ ਨੇ। ਫਸਟ ਵਰਬਲ ਅਬਿਲਿਟੀ, ਬੋਲਣ ਅਤੇ ਸਮਝਣ ਦੀ ਯੋਗਤਾ ਹੁੰਦੀ ਹੈ ਜੀ ਬੱਚੇ ਦੇ ਵਿੱਚ। ਉਸ ਤੋਂ ਬਾਅਦ ਵਰਡ ਲਗਾ ਲਓ ਫਲੂਐਂਸੀ ਅਬਿਲਿਟੀ ਔਰ W, ਜਦੋਂ ਸ਼ਬਦਾਂ ਦੀ ਸਮਝ ਆ ਜਾਂਦੀ ਹੈ, ਸਹੀ ਤਰੀਕੇ ਨਾਲ ਸ਼ਬਦ ਅਤੇ ਹੋਰ ਸਮੱਗਰੀ ਬੋਲਣ ਦੀ ਜਿਹੜੀ ਯੋਗਤਾ ਹੈ ਉਹ ਆ ਜਾਂਦੀ ਹੈ ਬੱਚੇ ਦੇ ਵਿੱਚ। ਸੋ ਨੂਮੈਰੀਕਲ ਅਬਿਲਿਟੀ, ਗਣਿਤ ਅਤੇ ਨੰਬਰ ਸਮਝਣ ਦੀ ਜਿਹੜੀ ਯੋਗਤਾ ਹੈ। ਸੋ ਮੈਮਰੀ ਅਬਿਲਿਟੀ ਔਰ M ਵੀ ਇਹਨੂੰ ਕਹਿ ਦਿੰਦੇ ਨੇ, ਦਿਮਾਗ ਅੰਦਰ ਗਿਆਨ ਗੱਲਾਂ ਯਾਦ ਰੱਖਣ ਦੀ ਯੋਗਤਾ, ਦਿਮਾਗ ਜਦੋਂ ਵੀ ਲੋੜ ਹੈ ਉਸ ਸਮੇਂ ਜਲਦੀ ਰਿਸਪੌਂਡ ਕਰ ਸਕੇ, ਸੋ ਇਹ ਵਾਲੀ ਯੋਗਤਾ ਆ ਜਾਂਦੀ ਹੈ। ਰੀਜ਼ਨਿੰਗ ਅਬਿਲਿਟੀ ਦੇ ਵਿੱਚ, ਜਿਵੇਂ ਕਿ ਨੇਮ ਤੋਂ ਹੀ ਜਿਹੜਾ ਕਲੀਅਰ ਹੋ ਰਿਹਾ, ਰੀਜ਼ਨਿੰਗ ਅਬਿਲਿਟੀ ਇਹਨੂੰ R ਵੀ ਕਹਿੰਦੇ ਆ। ਦਿਮਾਗ ਤਰਕ ਨਾਲ ਸੋਚ ਦੀ ਯੋਗਤਾ ਅਤੇ ਸਹੀ ਗਲਤ ਦੀ ਜਿਹੜੀ ਯੋਗਤਾ ਹੈ ਉਹ ਬੱਚੇ ਦੇ ਵਿੱਚ ਆ ਜਾਂਦੀ ਹੈ। ਸੋ ਨੈਕਸਟ ਹੈਗਾ 6 ਨੰਬਰ 'ਤੇ ਸਪੈਟੀਅਲ ਅਬਿਲਿਟੀ ਔਰ S ਵੀ ਇਹਨੂੰ ਕਹਿੰਦੇ ਨੇ, ਕਿਸੇ ਵੀ ਸਥਿਤੀ ਨੂੰ ਸੰਭਾਲਣ ਦੀ ਯੋਗਤਾ, ਜਿਵੇਂ ਉਦਾਹਰਨ ਦੇ ਤੌਰ 'ਤੇ ਜਿਹੜਾ ਪਾਇਲਟ ਹੁੰਦਾ ਹੈ, ਇਸ ਵਿੱਚ ਸਾਰੀਆਂ ਕਿਰਿਆਵਾਂ ਹੀ ਜਿਹੜੀਆਂ ਕੰਮ ਕਰਦੀਆਂ ਨੇ, ਇਹ ਬਹੁਤ ਹੀ ਇੰਪੋਰਟੈਂਟ ਹੈ ਜੀ ਸਪੈਕਟਲ ਅਬਿਲਿਟੀ। ਸੋ ਨੈਕਸਟ ਹੈਗਾ ਜੀ ਕੈਪਟੂਅਲ ਅਬਿਲਿਟੀ, ਸੋ ਇਹਨੂੰ P ਵੀ ਕਹਿ ਦਿੰਦੇ ਆ ਜੀ, ਪਹਿਚਾਣ ਕਰਨ ਦੀ ਜਿਹੜੀ ਯੋਗਤਾ ਹੈ ਉਹ ਆ ਜਾਂਦੀ ਬੱਚੇ। ਸੋ ਇਹ 7 ਅਬਿਲਿਟੀਜ਼ ਦੀ ਗੱਲ ਕੀਤੀ ਹੈ ਜੀ। ਫਸਟ ਵਰਬਲ, ਪਹਿਲਾ ਬੱਚਾ ਬੋਲਣ ਅਤੇ ਸਮਝਣ ਦੀ ਯੋਗਤਾ ਉਹਦੇ ਵਿੱਚ ਆਉਂਦੀ ਹੈ। ਉਸ ਤੋਂ ਬਾਅਦ ਵਰਡ ਨੂੰ ਸਮਝਣ ਦੀ ਯੋਗਤਾ ਹੁੰਦੀ ਹੈ। ਉਸ ਤੋਂ ਬਾਅਦ ਗਣਿਤ ਲਗਾ ਲਓ, ਮੈਮਰੀ, ਠੀਕ ਹੈ, ਮੈਮਰੀ ਯਾਦ ਰੱਖਣ ਦੀ ਉਹਦੇ ਵਿੱਚ ਆਉਂਦੀ ਹੈ ਜੀ ਯੋਗਤਾ। ਫਿਰ ਰੀਜ਼ਨਿੰਗ ਵਗੈਰਾ, ਤਰਕ ਵਗੈਰਾ ਲਗਾਉਣ ਦੀ ਯੋਗਤਾ ਆਉਂਦੀ ਹੈ, ਠੀਕ ਹੈ। ਫਿਰ ਸਪੈਕਟੀਅਲ ਅਬਿਲਿਟੀ ਆਉਂਦੀ ਹੈ ਜੀ, ਉਹਦੇ ਵਿੱਚ ਕੋਈ ਵੀ ਸਥਿਤੀ ਹੈ ਤਾਂ ਉਹਨੂੰ ਹੈਂਡਲ ਕਰ ਸਕੇ। ਫਿਰ ਪਰਕੈਪਚੁਅਲ ਜਿਹੜੀ ਅਬਿਲਿਟੀ ਹੈ ਉਹ ਆਉਂਦੀ ਹੈ, ਪਹਿਚਾਣ ਕਰਨ ਦੀ ਜਿਹੜੀ ਯੋਗਤਾ ਹੈ ਉਹ ਆਉਂਦੀ ਹੈ। ਸੋ ਇਹ 7 ਅਬਿਲਿਟੀਜ਼ ਦੇ ਬਾਰੇ ਦੇ ਵਿੱਚ ਗੱਲ ਕੀਤੀ ਹੈ ਜੀ ਪ੍ਰਾਇਮਰੀ ਮੈਂਟਲ ਅਬਿਲਿਟੀ ਥਰਨਸਟੋਨ ਨੇ। ਸੋ ਥਰਨਸਟੋਨ ਨੇ ਕੀਤੀ ਹੈ ਜੀ ਪ੍ਰਾਇਮਰੀ ਮੈਂਟਲ ਅਬਿਲਿਟੀ ਦੇ ਵਿੱਚ 7 ਅਬਿਲਿਟੀਜ਼ ਦੀ ਗੱਲ ਕੀਤੀ ਹੈ ਜੀ, ਵਰਬਲ ਅਬਿਲਿਟੀ, ਵਰਡ ਫਲੂਐਂਸੀ ਅਬਿਲਿਟੀ, ਨੂਮੈਰੀਕਲ ਅਬਿਲਿਟੀ, ਮੈਮਰੀ ਅਬਿਲਿਟੀ, ਰੀਜ਼ਨਿੰਗ ਅਬਿਲਿਟੀ, ਸਪੈਕਟੀਅਲ ਅਬਿਲਿਟੀ ਤੇ ਪਰਕੈਪਚੁਅਲ ਅਬਿਲਿਟੀ। ਸੋ ਇਹ ਸੀਗਾ ਜੀ, ਇੱਥੋਂ ਤੱਕ ਇਹ ਅਲੱਗ-ਅਲੱਗ ਥਿਊਰੀਜ਼ ਨੇ। ਸੋ ਆਪਾਂ ਕਰਦੇ ਹਾਂ ਜੀ ਨੈਕਸਟ ਜਿਹੜੀ ਹੈਗੀ ਹੈ ਜੀ, ਉਹ ਹੈਗੀ ਆ ਹੋਵਰਡ ਗਾਰਡਨਰ ਦੀ ਥਿਊਰੀ ਹੈਗੀ ਹੈ ਜੀ ਮਲਟੀਪਲ ਇੰਟੈਲੀਜੈਂਸ ਤੇ।
ਸੋ ਹੋਵਰਡ ਗਾਰਡਨਰ ਇਜ਼ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ। ਪਹਿਲਾਂ ਆਪਾਂ ਹੋਵਰਡਸ ਗਾਰਡਨਰ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ, ਇਹਦੀ ਆਪਾਂ ਇੰਟਰੋਡਕਸ਼ਨ ਕਰਾਂਗੇ। ਇਹ ਬਹੁਤ ਹੀ ਇੰਪੋਰਟੈਂਟ ਹੈ ਜੀ, ਤੇ ਇਹਦੇ ਵਿੱਚੋਂ ਜਿਹੜੇ ਕੁਐਸਚਨ ਹੈ ਜੀ ਉਹ ਪੁੱਛ ਲਏ ਜਾਂਦੇ ਨੇ। ਸੋ ਇਹ ਅਮਰੀਕਨ ਜਿਹੜੇ ਸੀ ਕੋਗਨੇਟਿਵ ਜਿਹੜੇ ਸਾਈਕੋਲੋਜਿਸਟ ਸੀਗੇ। ਸੋ ਹੋਵਰਡ ਜਿਹੜੇ ਗਾਰਡਨਰ ਸੀਗੇ, ਇਹ ਜਿਹੜੇ ਸੀ ਅਮਰੀਕਨ ਜਿਹੜੇ ਸੀ ਕੋਗਨੇਟਿਵ ਜਿਹੜੇ ਸਾਈਕੋਲੋਜਿਸਟ ਸੀਗੇ। 1983 ਵਿੱਚ ਆਪਣੀ ਬੁੱਕ ਜਿਹੜੀ ਸੀ ਫਰੇਮਸ ਆਫ ਮਾਈਂਡ ਇਹਨਾਂ ਨੇ ਲਿਖੀ ਸੀਗੀ। 1983 ਦੇ ਵਿੱਚ ਆਪਣੀ ਬੁੱਕ ਫਰੇਮਸ ਆਫ ਮਾਈਂਡ ਲਿਖੀ ਸੀ। ਹਰ ਵਿਅਕਤੀ ਦਾ ਦਿਮਾਗ ਇੱਕ ਫਰੇਮ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਅਲੱਗ-ਅਲੱਗ ਯੋਗਤਾਵਾਂ ਪਾਈਆਂ ਜਾਂਦੀਆਂ ਨੇ। ਸੋ ਹਰ ਵਿਅਕਤੀ ਦਾ ਦਿਮਾਗ ਹੈ ਜਿਹੜਾ ਉਹ ਇੱਕ ਫਰੇਮ ਦੀ ਤਰ੍ਹਾਂ ਹੁੰਦਾ ਤੇ ਇਸ ਵਿੱਚ ਜਿਹੜੀਆਂ ਅਲੱਗ-ਅਲੱਗ ਯੋਗਤਾਵਾਂ ਨੇ ਉਹ ਪਾਈਆਂ ਜਾਂਦੀਆਂ ਨੇ। ਇਹਨਾਂ ਦੇ ਅਕੋਰਡਿੰਗ ਸੀ ਇਹਨਾਂ ਨੇ ਜੋ ਆਪਣੀ ਬੁੱਕ ਲਿਖੀ ਸੀ 1983 ਦੇ ਵਿੱਚ ਫਰੇਮਸ ਆਫ ਮਾਈਂਡਸ, ਤਾਂ ਇਹਨਾਂ ਨੇ ਕਿਹਾ ਸੀਗਾ ਕਿ ਹਰ ਵਿਅਕਤੀ ਦਾ ਦਿਮਾਗ ਹੈ ਨਾ, ਜੋ ਮਾਈਂਡ ਹੈ ਉਹ ਇੱਕ ਫਰੇਮ ਦੀ ਤਰ੍ਹਾਂ ਹੁੰਦਾ ਤੇ ਜਿਸ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਯੋਗਤਾਵਾਂ ਨੇ ਉਹ ਪਾਈਆਂ ਜਾਂਦੀਆਂ ਨੇ। ਸੋ ਹੋਵਰਡ ਜਿਹੜੇ ਗਾਰਡਨਰ ਸੀਗੇ ਨੇ ਇਹ ਅਮਰੀਕਨ ਕੋਗਨੇਟਿਵ ਸਾਈਕੋਲੋਜਿਸਟ ਸੀਗੇ। ਸੋ ਹੋਵਰਡ ਗਾਰਡਨ ਨੇ ਕਿਹਾ ਸੀ ਕਿ ਹਰ ਵਿਅਕਤੀ ਅਲੱਗ ਹੈ, ਇਸ ਕਰਕੇ ਹਰ ਵਿਅਕਤੀ ਦੀ ਬੁੱਧੀ ਵੀ ਅਲੱਗ ਹੁੰਦੀ ਹੈ। ਸੋ ਹੋਵਰਡ ਜੋ ਗਾਰਡਨਰ ਸੀਗੇ ਉਹਨਾਂ ਦਾ ਮੰਨਣਾ ਸੀ ਕਿ ਹਰ ਵਿਅਕਤੀ ਅਲੱਗ ਹੈ, ਇਸ ਕਰਕੇ ਜਿਹੜੀ ਬੁੱਧੀ ਵੀ ਆ ਉਹ ਵੀ ਜਿਹੜੀ ਅਲੱਗ-ਅਲੱਗ ਹੀ ਪਾਈ ਜਾਂਦੀ ਹੈ। ਸੋ ਇਹਨਾਂ ਦੀ ਬੁੱਕ ਹੈਗੀ ਹੈ ਜੀ ਫਰੇਮਸ ਆਫ ਮਾਈਂਡ, ਹੋਵਰਡ ਗਾਰਡਨਰ। ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਸੋ ਇਹਨੂੰ ਜ਼ਰੂਰ ਜਿਹੜਾ ਧਿਆਨ ਦੇ ਨਾਲ ਕਰ ਲੈਣਾ ਤੁਸੀਂ। ਇਸ ਨੇ ਸ਼ੁਰੂ ਦੇ ਵਿੱਚ ਜਿਹੜੀਆਂ 7 ਜਿਹੜੀਆਂ ਯੋਗਤਾਵਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ, ਜਿਵੇਂ ਕਿ ਪਿਛਲਾ ਆਪਾਂ ਜੋ ਕਰਕੇ ਆਏ ਹਾਂ ਉਹਦੇ ਵਿੱਚ ਵੀ ਗੱਲ ਕੀਤੀ ਹੋਈ ਸੀਗੀ। ਸੋ ਇਸ ਨੇ ਵੀ ਜਿਹੜਾ 7 ਯੋਗਤਾਵਾਂ ਦੀ ਗੱਲ ਕੀਤੀ ਸੀ, ਪਰ ਵਿੱਚ ਜਿਹੜੀਆਂ 2 ਯੋਗਤਾਵਾਂ ਇਹਨਾਂ ਨੇ ਹੋਰ ਐਡ ਕਰ ਦਿੱਤੀਆਂ ਸੀਗੀਆਂ। ਸੋ ਇਹ ਆਪਾਂ ਜਿਹੜਾ ਵੀ ਕਰਾਂਗੇ ਨਾ ਜੀ, ਇਹਨਾਂ ਦੀਆਂ ਜਿਹੜੀਆਂ ਐਗਜ਼ਾਮਪਲ ਹੋਣਗੀਆਂ, ਠੀਕ ਆ, ਉਹਨਾਂ ਨੂੰ ਤੁਸੀਂ ਜ਼ਰੂਰ ਜਿਹੜਾ ਯਾਦ ਕਰ ਲੈਣਾ, ਕਿਉਂਕਿ ਐਗਜ਼ਾਮ ਦੇ ਵਿੱਚ ਇਹ ਐਗਜ਼ਾਮਪਲ ਦੇ ਜ਼ਰੀਏ ਜਿਹੜਾ ਕੁਐਸਚਨ ਪੁੱਛਿਆ ਜਾਂਦਾ। ਪਿਛਲੀ ਵਾਰ ਵੀ ਜਿਹੜਾ ਪੀਐਸ ਟੈਟ ਦੇ ਵਿੱਚ ਪੁੱਛਿਆ ਗਿਆ ਸੀ ਭਾਸ਼ਾ ਨੂੰ ਲੈ ਕੇ, ਜਿੰਦਾ ਆਨਸਰ ਜਿਹੜਾ ਵਕੀਲ ਸੀਗਾ, ਜੋ ਹੁਣ ਜਿਹੜਾ ਐਗਜ਼ਾਮ ਹੋ ਕੇ ਹਟਿਆ ਜੀ ਪੀਐਸ ਟੈਟ ਦਾ, ਉਹਦੇ ਵਿੱਚ ਜਿਹੜਾ ਪੁੱਛਿਆ ਗਿਆ ਜੀ ਵਰਬਲ ਲਿੰਗੁਇਸਟਿਕ ਇੰਟੈਲੀਜੈਂਸ ਦੇ ਵਿੱਚ ਪੁੱਛਿਆ ਗਿਆ ਜੀ। ਸੋ ਪੁੱਛ ਲਏ ਜਾਂਦੇ ਨੇ। ਸੋ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਨਾਲ ਜਿਹੜਾ ਤੁਸੀਂ ਕਰ ਲੈਣਾ ਜੀ। ਆਪਾਂ ਕਰਦੇ ਹਾਂ ਜੀ ਕਿਹੜੀਆਂ 7 ਯੋਗਤਾਵਾਂ ਦੀ ਗੱਲ ਕੀਤੀ ਹੈ ਜੀ ਹੋਵਰਡ ਗਾਰਡਨਰ ਨੇ। ਸੋ ਵਰਬਲ ਲਿੰਗੁਇਸਟਿਕ ਇੰਟੈਲੀਜੈਂਸ ਹੈ ਜੀ, ਕਿਸੇ ਵੀ ਭਾਸ਼ਾ ਨੂੰ ਸਿੱਖਣ ਦੀ ਜਿਹੜੀ ਸਮਰੱਥਾ ਹੁੰਦੀ ਹੈ। ਸੋ ਇਹ ਬੁੱਧੀ ਹੁੰਦੀ ਹੈ, ਇਹ ਵਧੇਰੇ ਜਿਹੜੀ ਵਕੀਲਾਂ ਦੇ ਵਿੱਚ ਲੇਖਕ ਜੋ ਹੁੰਦੇ ਨੇ ਉਹਨਾਂ ਦੇ ਵਿੱਚ, ਗੀਤਕਾਰ ਤੇ ਪੱਤਰਕਾਰਾਂ ਦੇ ਵਿੱਚ ਹੁੰਦੀ ਹੈ। ਸੋ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੀ ਜਿਹੜੀ ਸਮਰੱਥਾ, ਇਹਨੂੰ ਆਪਾਂ ਜਿਹੜਾ ਅਲੱਗ ਇਹ ਵੀ ਇੱਕ ਯੋਗਤਾਵਾਂ ਹੁੰਦੀ ਹੈ ਜਿਹੜੀ ਵਕੀਲ, ਲੇਖਕ, ਗੀਤਕਾਰ ਤੇ ਪੱਤਰਕਾਰ ਦੇ ਵਿੱਚ ਪਾਈ ਜਾਂਦੀ ਆ। ਸੋ ਵਰਬਲ ਲਿੰਗੁਇਸਟਿਕ ਇੰਟੈਲੀਜੈਂਸ। ਸੈਕਿੰਡ ਹੈ ਜੀ ਲੌਜੀਕਲ ਮੈਥੇਮੈਟੀਕਲ ਇੰਟੈਲੀਜੈਂਸ। ਇਸ ਵਿੱਚ ਤਰਕਪੂਰਨ ਬੁਝਾਰਤਾਂ ਹੱਲ ਕਰਨਾ ਜਿਹੜਾ ਸ਼ਾਮਲ ਹੈ ਉਹ ਹੁੰਦਾ ਹੈ। ਉਦਾਹਰਨ ਵਜੋਂ ਇਹ ਜ਼ਿਆਦਾਤਰ ਹੁੰਦੇ ਜੀ ਸਾਇੰਟਿਸਟ, ਮੈਥੇਮੈਟਿਕਸ ਦੇ ਨਾਲ ਸੰਬੰਧਿਤ ਲੋਕ ਤੇ ਜਿਹੜੇ ਫਿਲੋਸਫਰ ਹੁੰਦੇ ਨੇ। ਸੋ ਲੌਜੀਕਲ ਮੈਥੇਮੈਟਿਕਸ ਇੰਟੈਲੀਜੈਂਸ ਦੇ ਨਾਲ ਜਿਹੜੇ ਸੰਬੰਧਿਤ ਹੁੰਦੇ ਆ ਜੀ ਉਹ ਸਾਇੰਟਿਸਟ ਹੁੰਦੇ ਨੇ, ਮੈਥੇਮੈਟਿਕਸ ਦੇ ਨਾਲ ਸੰਬੰਧਿਤ ਹੁੰਦੇ ਆ ਤੇ ਫਿਲੋਸਫਰ ਦੇ ਨਾਲ ਸੰਬੰਧਿਤ ਹੁੰਦੇ ਆ। ਸੋ ਵਰਬਲ ਜਿਹੜੀ ਲਿੰਗੁਇਸਟਿਕ ਹੈ, ਜੋ ਬੋਲ ਕੇ ਜਿਹੜੀ ਕੋਈ ਵੀ ਜਿਹੜੀ ਭਾਸ਼ਾ ਹੁੰਦੀ ਹੈ ਜਾਂ ਹੈ ਨਾ, ਜਿਵੇਂ ਵਕੀਲ, ਲੇਖਕ, ਗੀਤਕਾਰ ਤੇ ਪੱਤਰਕਾਰ। ਨੈਕਸਟ ਹੈ ਜੀ ਸਪੈਕਟੀਅਲ ਵਿਜ਼ੂਅਲ ਇੰਟੈਲੀਜੈਂਸ, ਠੀਕ ਹੈ, ਦੇਖਣ ਸੰਬੰਧੀ ਵਸਤੂਆਂ ਨੂੰ ਜਿਹੜਾ ਜਲਦੀ ਜਿਹਦੇ ਨਾਲ ਜਿਹੜਾ ਸਮਝਿਆ ਜਾਂਦਾ ਜੀ, ਇਹ ਯੋਗਤਾ ਪਾਈ ਜਾਂਦੀ ਹੈ ਜ਼ਿਆਦਾਤਰ ਜਿਹੜੀ ਹੈ। ਉਦਾਹਰਨ ਦੇ ਤੌਰ ਤੇ ਜੋ ਇੰਜੀਨੀਅਰ ਲੋਕ ਹੁੰਦੇ ਨੇ, ਸੋ ਕੋਈ ਵੀ ਜਿਹੜੀ ਚੀਜ਼ ਹੈ ਉਹ ਸਾਹਮਣੇ ਦਿਖਦੀ ਹੈ ਤਾਂ ਫਿਰ ਜਿਹੜਾ ਉਹਨੂੰ ਜਿਹੜਾ ਵਰਕ ਆ ਉਹ ਕਰ ਪਾਉਂਦੇ ਨੇ। ਸੋ ਇੰਜੀਨੀਅਰ ਹੁੰਦੇ ਨੇ, ਸਮੁੰਦਰੀ ਜਹਾਜ਼ ਚਾਲਕ ਹੁੰਦੇ ਨੇ ਜੋ, ਠੀਕ ਆ, ਪੇਂਟਰ ਹੁੰਦੇ ਨੇ, ਸੋ ਸੋ ਵਸਤੂ ਨਿਰਮਾਤਾ ਜੋ ਹੁੰਦੇ ਨੇ, ਸੋ ਮਸ਼ੀਨਿਸਟ ਜੋ ਹੁੰਦੇ ਨੇ, ਠੀਕ ਹੈ। ਸੋ ਇਹ ਸਾਰੇ ਕੀ ਨੇ ਸਪੈਕਟੀਕਲ ਵਿਜ਼ੂਅਲ ਇੰਟੈਲੀਜੈਂਸ ਦੇ ਨਾਲ ਜਿਹੜੇ ਸੰਬੰਧਿਤ ਨੇ। ਸੋ ਦੇਖਣ ਸੰਬੰਧੀ ਵਸਤੂਆਂ ਨੂੰ ਜਿਹੜਾ ਦੇਖ ਕੇ ਜਿਹੜੀ ਚੀਜ਼ਾਂ ਨੂੰ ਸਮਝ, ਜਿਵੇਂ ਸਮੁੰਦਰੀ ਜਹਾਜ਼ ਚਾਲਕ ਆ, ਉਹ ਇਹਨੇ ਜਹਾਜ਼ ਚਲਾਉਣਾ ਹੁੰਦਾ ਹੈ ਨਾ, ਪੇਂਟਰ ਹੈ ਕਿਸੇ ਵੀ ਚੀਜ਼ ਨੂੰ ਪੇਂਟ ਕਰਦਾ ਦੇਖ ਕੇ। ਸੋ ਇਹ ਸਾਰੇ ਜਿਹੜੇ ਸਪੈਕਟਲ ਵਿਜ਼ੂਅਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਨੇ। ਸੋ ਦੇਖਣ ਸੰਬੰਧੀ ਵਸਤੂਆਂ ਨੂੰ ਜਿਹੜਾ ਹੈ ਉਹ ਨਾਲ ਸੰਬੰਧਿਤ ਹੈ ਜੀ ਇਹ ਸਾਰੇ। ਸੋ ਨੈਕਸਟ ਹੈ ਜੀ ਬੋਡਲੀ ਕਿਨੈਸਟਿਕਸ ਇੰਟੈਲੀਜੈਂਸ।
ਸੋ ਆਪਣੇ ਸਰੀਰ ਨੂੰ ਕੰਟਰੋਲ ਕਰਨ ਦੀ ਜਿਨ੍ਹਾਂ ਦੇ ਵਿੱਚ ਜਿਹੜੀ ਯੋਗਤਾਵਾਂ ਹੁੰਦੀ ਹੈ, ਸੋ ਇਹ ਉਸ ਯੋਗਤਾ ਦੇ ਨਾਲ ਸੰਬੰਧਿਤ ਲੋਕ ਹੁੰਦੇ ਨੇ। ਸੋ ਮਤਲਬ ਆਪਦੀ ਬੋਡੀ ਨੂੰ ਜਿਹੜਾ ਹੈ ਉਹ ਜਿਹੜਾ ਸਥਿਰ ਕਰ ਸਕਦੇ ਨੇ, ਆਪਦੇ ਬੋਡੀ ਨੂੰ ਜਿਹੜਾ ਕੰਟਰੋਲ ਦੇ ਵਿੱਚ ਕਰ ਸਕਦੇ ਨੇ। ਐਗਜ਼ਾਮਪਲ ਦੇ ਤੌਰ 'ਤੇ ਜੋ ਡਾਂਸਰ ਲੋਕ ਹੁੰਦੇ ਨੇ ਉਹ ਪਾਇਲਟ ਹੋ ਗਏ, ਠੀਕ ਹੈ, ਸਰਜਨ ਹੋ ਗਏ, ਜਿਹੜੇ ਸਟੰਟਮੈਨ ਹੁੰਦੇ ਨੇ ਨਾ, ਉਹ ਸਟੰਟ ਵਗੈਰਾ ਕਰਦੇ ਨੇ। ਐਥਲੈਟਿਕਸ ਦੇ ਨਾਲ ਸੰਬੰਧਿਤ ਹੁੰਦੇ ਆ ਜੋ ਲੋਕ, ਜਿਮਨਾਸਟਿਕ ਦੇ ਨਾਲ ਸੰਬੰਧਿਤ ਹੁੰਦੇ ਆ, ਸੋ ਯੋਗਾ ਦੇ ਨਾਲ ਸੰਬੰਧਿਤ ਹੁੰਦੇ ਆ। ਸੋ ਇਹ ਵੀ ਜਿਹੜੀ ਬੁੱਧੀ ਦੀ ਇੱਕ ਯੋਗਤਾ ਹੁੰਦੀ ਹੈ, ਜਿਹੜੀ ਕਿ ਆਪਦੇ ਜਿਹੜਾ ਸਰੀਰ ਨੂੰ ਜਿਹੜਾ ਕੰਟਰੋਲ ਕਰਨ ਦੀ ਜਿਹੜੀ ਯੋਗਤਾ ਆਪਾਂ ਇਹਨੂੰ ਕਹਿ ਸਕਦੇ ਹਾਂ। ਸੋ ਸਪੈਕਟਲ ਜੋ ਵਿਜ਼ੂਅਲ ਇੰਟੈਲੀਜੈਂਸ ਹੈ ਉਹਦੇ ਵਿੱਚ ਲਗਾ ਲਓ ਕਿ ਮਤਲਬ ਕਿ ਕੋਈ ਵੀ ਜਿਹੜਾ ਹੈ ਅਜਿਹਾ ਕੋਈ ਵੀ ਜਿਹੜਾ ਕੰਮ ਕਰਨਾ ਜੋ ਕਿ ਜਿਹੜਾ ਦੇਖ ਕੇ ਜਿਹੜਾ ਕਰਨ ਦੇ ਨਾਲ ਜਿਹੜਾ ਸੰਬੰਧਿਤ ਹੈ ਉਹ ਹੁੰਦਾ ਹੈ। ਸੋ ਬੋਡੀਲੀ ਇਹ ਵੀ ਜਿਹੜੀ ਯੋਗਤਾ ਵਾ ਹੁੰਦੀ ਹੈ, ਇੰਟੈਲੀਜੈਂਸ ਹੀ ਹੁੰਦੀ ਹੈ। ਜਿਹੜੇ ਲੋਕ ਪੇਂਟਰ ਹੁੰਦੇ ਨੇ, ਸੋ ਇੰਜੀਨੀਅਰ ਹੁੰਦੇ ਨੇ, ਸਮੁੰਦਰੀ ਜਹਾਜ਼ ਚਾਲਕ ਹੁੰਦੇ ਨੇ। ਸੋ ਬੋਡੀ ਇਹਦੇ ਵਿੱਚ ਆ ਗਿਆ 4 ਨੰਬਰ ਦੇ, ਬੋਡੀ ਦੇ ਵਿੱਚ ਇਹਨਾਂ ਸਰੀਰ ਨੂੰ ਕੰਟਰੋਲ ਕਰਨ ਦੀ ਯੋਗਤਾ। ਸੋ ਮਿਊਜ਼ੀਕਲ ਇੰਟੈਲੀਜੈਂਸ ਕਿਹੜੀ ਹੁੰਦੀ ਹੈ ਜੀ? ਜਿਨ੍ਹਾਂ ਨੂੰ ਸੰਗੀਤ ਦੇ ਨਾਲ ਪਿਆਰ ਹੋਵੇ ਉਹਨਾਂ ਦੇ ਵਿੱਚ ਜਿਹੜੀ ਯੋਗਤਾ ਹੁੰਦੀ ਹੈ। ਸੋ ਹਰ ਇੱਕ ਦੇ ਵਿੱਚ ਆਪਦਾ ਜਿਹੜਾ ਸਕਿੱਲ ਹੁੰਦਾ, ਅਤੇ ਜੇਕਰ ਸਕਿੱਲ ਦੇ ਅਕੋਰਡਿੰਗ ਵਰਕ ਕੀਤਾ ਜਾਵੇ ਤਾਂ ਜਿਹੜਾ ਇਨਸਾਨ ਹੈ ਉਚਾਈਆਂ ਦੀਆਂ ਜਿਹੜੀਆਂ ਬੁਲੰਦੀਆਂ ਨੂੰ ਉਹ ਛੂਹ ਸਕਦਾ ਹੈ, ਠੀਕ ਹੈ। ਮਿਊਜ਼ੀਕਲ ਇੰਟੈਲੀਜੈਂਸ ਹੀ ਹੁੰਦੀ ਹੈ ਕਈ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਸੰਗੀਤ ਨਾਲ ਪਿਆਰ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਸਿੰਗਰ ਹੋ ਗਏ ਜਾਂ ਜਿਹੜੇ ਸਰੰਗੀ ਵਾਦਕਾ ਹੁੰਦੇ ਨੇ। ਸੋ ਨੈਕਸਟ ਹੈ ਜੀ ਇੰਟਰਪਰਸਨਲ ਇੰਟੈਲੀਜੈਂਸ, ਬਹੁਤ ਹੀ ਇੰਪੋਰਟੈਂਟ ਹੈ ਜੀ। ਇੰਟਰਾਪਰਸਨਲ ਵੀ ਬਹੁਤ ਹੀ ਇੰਪੋਰਟੈਂਸ ਹੈ, ਬਹੁਤ ਹੀ ਇੰਪੋਰਟੈਂਟ ਹੈ ਜੀ। ਇਹ ਦੋਨੋਂ, ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੀ। ਇੰਟਰਪਰਸਨਲ ਇੰਟੈਲੀਜੈਂਸ ਦੂਜਿਆਂ ਨਾਲ ਵਿਚਾਰ ਸਾਂਝੇ ਕਰਨ ਵਾਲੇ ਜੋ ਹੁੰਦੇ ਨੇ, ਸੋ ਉਹਨਾਂ ਨੂੰ ਆਪਾਂ ਇੰਟਰਪਰਸਨਲ ਇੰਟੈਲੀਜੈਂਸ ਕਹਿ ਦਿੰਦੇ ਹਾਂ। ਦੂਜਿਆਂ ਨਾਲ ਵਿਚਾਰ ਸਾਂਝੇ ਕਰਨ ਵਾਲੇ, ਜਿਵੇਂ ਟੀਚਰ ਹੋ ਗਏ, ਜਿਵੇਂ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੀ ਹਾਂ, ਹੈ ਨਾ, PS ਟੈਟ ਦੇ ਸਿਲੇਬਸ ਨੂੰ ਲੈ ਕੇ ਤੁਹਾਨੂੰ ਦੱਸ ਰਹੀ ਹਾਂ। ਟੀਚਰ ਹੋ ਗਏ, ਸਾਈਕੋਥੈਰੇਪੀ ਹੋ ਗਈ, ਹੈ ਨਾ, ਮਨੋਚਿਕਿਤਸਾ ਹੋ ਗਏ, ਸੋ ਧਾਰਮਿਕ ਨੇਤਾ ਹੋ ਗਏ। ਸੋ ਇਹ ਸਾਰੇ ਕੀ ਨੇ? ਇੰਟਰਪਰਸਨਲ ਇੰਟੈਲੀਜੈਂਸ ਹੀ ਹੋ ਗਈ। ਠੀਕ, ਇਹਨਾਂ ਦੇ ਵਿੱਚ ਜੋ ਲੋਕ ਆਪਦੇ ਜਿਹੜੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦੇ ਨੇ, ਅਜਿਹੀ ਯੋਗਤਾ ਜੋ ਜਿਨ੍ਹਾਂ ਦੇ ਵਿੱਚ ਹੁੰਦੀ ਹੈ, ਤਾਂ ਉਹਨਾਂ ਨੂੰ ਜਿਹੜੀ ਇੰਟਰਪਰਸਨਲ ਜਿਹੜੀ ਇੰਟੈਲੀਜੈਂਸ ਆਪਾਂ ਕਹਿੰਦੇ ਹਾਂ। ਸੋ ਇੰਟਰਾਪਰਸਨਲ ਇੰਟੈਲੀਜੈਂਸ ਵੀ ਹੁੰਦੀ ਹੈ ਕਿ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਆਪਣੇ ਤੱਕ ਹੀ ਸੀਮਿਤ ਰੱਖੀਏ। ਉਦਾਹਰਨ ਦੇ ਵਜੋਂ ਜਿਹੜੇ ਸੰਤ ਲੋਕ ਹੁੰਦੇ ਨੇ, ਮਹਾਤਮਾ ਹੁੰਦੇ ਨੇ, ਜਾਂ ਜਿਹੜੇ ਯੋਗੀ ਹੁੰਦੇ ਨੇ, ਜਿਹੜੇ ਵਿਚਾਰਾਂ ਨੂੰ ਜਿਹੜੇ ਆਪਦੇ ਤੱਕ ਹੀ ਜਿਹੜੇ ਸੀਮਿਤ ਰੱਖਦੇ ਨੇ। ਸੋ ਕੁਝ ਜਿਹੜੀਆਂ ਧਾਰਮਿਕ ਜਿਹੜੀਆਂ ਹੁੰਦੀਆਂ ਨੇ, ਜਾਂ ਪਰਮਾਤਮਾ ਨੂੰ ਮਿਲਾਪ ਦੇ ਨਾਲ ਸੰਬੰਧਿਤ ਚੀਜ਼ਾਂ, ਜਾਂ ਪਰਮਾਤਮਾ ਦਾ ਮਿਲਾਪ, ਸੋ ਇਹ ਚੀਜ਼ਾਂ ਨੂੰ ਆਪਣੇ ਤੱਕ ਹੀ ਸੀਮਿਤ ਰੱਖਦੇ ਨੇ। ਸੋ ਇੰਟਰਪਰਸਨਲ ਕਿਸੇ ਨਾਲ ਵਿਚਾਰ ਸਾਂਝੇ ਕਰਨੇ, ਤੇ ਸੋ ਇੰਟਰਾ ਆਪਦੇ ਨਾਲ ਹੀ ਜਿਹੜੇ ਸੀਮਿਤ ਰੱਖਣੇ ਵਿਚਾਰ। ਨੈਕਸਟ ਹੈ ਜੀ ਨੈਚੁਰਲਿਸਟਿਕ ਇੰਟੈਲੀਜੈਂਸ। ਸੋ ਨੈਚੁਰਲਿਸਟਿਕ ਇੰਟੈਲੀਜੈਂਸ ਜਾਂ ਕੁਦਰਤ ਨਾਲ ਸਮਝੋਜਨ ਕਰਨ ਵਾਲੇ ਜਿਹੜੇ ਹੁੰਦੇ ਨੇ, ਇਹ ਵੀ ਇੱਕ ਯੋਗਤਾ ਹੁੰਦੀ ਹੈ ਜੀ ਬੁੱਧੀ ਦੀ। ਨੈਚੁਰਲਿਸਟਿਕ ਇੰਟੈਲੀਜੈਂਸ, ਸੋ ਨੇਮ ਤੋਂ ਹੀ ਜਿਹੜਾ ਕਲੀਅਰ ਹੋ ਜਾਂਦਾ, ਕੁਦਰਤ ਨਾਲ ਜਿਹੜਾ ਸਮਝੋਜਨ ਕਰਨ ਵਾਲੇ ਜੋ ਹੁੰਦੇ ਆ, ਜਿਵੇਂ ਸਰਕਸ ਦੇ ਵਿੱਚ ਜਿਹੜੇ ਜਾਨਵਰਾਂ ਦੇ ਨਾਲ ਜਾਂ ਪੰਛੀਆਂ ਦੇ ਨਾਲ ਜਿਹੜੇ ਲੋਕ ਹੈ ਉਹ ਜਿਹੜਾ ਹੈ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਸੋ ਜਾਨਵਰਾਂ 'ਤੇ ਜੋ ਅਧਿਐਨ ਕਰਨ ਵਾਲੇ ਜੋ ਲੋਕ ਹੁੰਦੇ ਨੇ, ਸੋ ਇਹਨਾਂ ਨੂੰ ਆਪਾਂ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਨੈਚੁਰਲਿਸਟਿਕ ਇੰਟੈਲੀਜੈਂਸ ਦੇ ਵਿੱਚ। ਨੈਕਸਟ ਹੈ ਜੀ ਐਕਸਿਸਟੈਂਸ਼ੀਅਲ ਜਿਹੜੀ ਇੰਟੈਲੀਜੈਂਸ ਹੈ। ਸੋ ਦੁਨੀਆ ਤੋਂ ਥੋੜ੍ਹਾ ਹਟ ਕੇ ਜਿਹੜਾ ਲੋਕ ਸੋਚਦੇ ਨੇ, ਠੀਕ ਹੈ। ਐਗਜ਼ਿਸਟੈਂਸ਼ੀਅਲ ਜੋ ਇੰਟੈਲੀਜੈਂਸ ਹੈ, ਜਿਵੇਂ ਦੁਨੀਆ ਤੋਂ ਥੋੜ੍ਹਾ ਹਟ ਕੇ ਕਿਵੇਂ ਸੋਚਦੇ, ਜਿਵੇਂ ਜ਼ਿੰਦਗੀ ਕੀ ਚੀਜ਼ ਹੈ, ਜ਼ਿੰਦਗੀ ਦਾ ਅਰਥ ਕੀ ਹੈ, ਕਿਉਂ ਆਇਆ ਇਨਸਾਨ ਦੁਨੀਆ 'ਤੇ, ਹੈ ਨਾ, ਅਸੀਂ ਕਿਉਂ ਮਰੀਏ, ਜੇਕਰ ਜਾਣਾ ਇਸ ਦੁਨੀਆ ਤੋਂ ਤਾਂ ਅਸੀਂ ਕਿਹੜਾ ਲਕਸ਼ ਨੂੰ ਪੂਰਾ ਕਰਕੇ ਜਾਈਏ। ਸੋ ਅਜਿਹੇ ਵੀ ਜਿਹੜੇ ਯੋਗਤਾ ਵਾਲੇ ਜਿਹੜੇ ਲੋਕ ਆ ਉਹ ਵੀ ਹੁੰਦੇ ਨੇ। ਸੋ ਇਹ ਲਾਸਟ ਵਾਲੇ ਆ ਜੋ ਨੈਚੁਰਲਿਸਟਿਕ ਇੰਟੈਲੀਜੈਂਸ ਤੇ ਐਗਜ਼ਿਸਟੈਂਸ਼ੀਅਲ ਇੰਟੈਲੀਜੈਂਸ, ਇਹ ਜਿਹੜੇ ਨਵੇਂ ਜੋੜੇ ਸੀ ਹੋਵਰਡ ਗਾਰਡਨ ਨੇ। ਸੋ ਪਹਿਲੇ ਜਿਹੜੇ 7 ਸੀ, ਇਹਨੇ ਜਿਹੜੀਆਂ ਯੋਗਤਾਵਾਂ ਨੇ ਉਹ ਦੱਸੀਆਂ ਸੀਗੀਆਂ। 7 ਯੋਗਤਾਵਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ ਬੁੱਧੀ ਦੀ। ਸੋ ਇਹ ਹੈ ਜਿਹੜੀਆਂ ਇਹਨਾਂ ਦੀਆਂ ਐਗਜ਼ਾਮਪਲਸ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਕਿਹਦੇ ਵਿੱਚ ਜਿਹੜਾ ਸ਼ਾਮਲ ਹੈ। ਸੋ ਇਹਦੇ ਵਿੱਚੋਂ ਜਿਹੜੇ ਕੁਐਸਚਨ ਆ ਉਹ ਪੁੱਛੇ ਜਾਂਦੇ ਨੇ ਜੀ। ਸੋ ਹੋਵਰਡ ਗਾਰਡਨ ਦੇ ਅਨੁਸਾਰ ਇਹ ਯੋਗਤਾਵਾਂ ਇੱਕ ਦੂਜੇ ਨਾਲ ਸੰਬੰਧਿਤ ਹਨ, ਪਰ ਇਹ ਸੰਭਵ ਹੈ ਕਿ ਇੱਕ ਵਿਅਕਤੀ ਵਿੱਚ ਦੂਸਰੇ ਦੇ ਮੁਕਾਬਲੇ ਕੋਈ ਇੱਕ ਬੁੱਧੀ ਵਧੇਰੇ ਹੁੰਦੀ ਹੈ। ਸੋ ਹੋਵਰਡ ਗਾਰਡਨ ਦੇ ਅਨੁਸਾਰ ਕੀ ਸੀ ਕਿ ਇਹ ਜਿਹੜੀਆਂ ਯੋਗਤਾਵਾਂ ਨੇ ਇੱਕ ਦੂਜੇ ਦੇ ਨਾਲ ਜਿਹੜੀਆਂ ਸੰਬੰਧਿਤ ਹੈ, ਇੱਕ ਦੂਜੀ ਦੀ ਯੋਗਤਾ ਦੇ ਨਾਲ ਸੰਬੰਧਿਤ ਹੈ,
ਪਰ ਇਹ ਪੂਰੀ ਤਰ੍ਹਾਂ ਨਾਲ ਸੰਭਵ ਹੈ ਕਿ ਹਰ ਇੱਕ ਵਿਅਕਤੀ ਦੇ ਵਿੱਚ ਜਿਹੜਾ ਪੱਧਰ ਇੱਕੋ ਜਿਹਾ ਨਹੀਂ ਹੁੰਦਾ। ਕਿਸੇ ਦੇ ਵਿੱਚ ਕੋਈ ਜਿਹੜੀ ਇੰਟੈਲੀਜੈਂਸ ਦੀ ਜਿਹੜੀ ਯੋਗਤਾ ਉਹ ਜ਼ਿਆਦਾ ਹੁੰਦੀ ਹੈ ਤੇ ਦੂਸਰੇ ਦੇ ਵਿੱਚ ਘੱਟ ਹੋ ਸਕਦੀ ਹੈ, ਬਟ ਇੱਕ ਤਾਂ ਹਰ ਇੱਕ ਦੇ ਵਿੱਚ ਜਿਹੜੀ ਯੋਗਤਾ ਹੈ ਉਹ ਹੁੰਦੀ ਹੈ। ਸੋ ਇਹ ਸੀਗਾ ਜੀ ਤੁਹਾਡਾ ਹੋਵਰਡ ਜੋ ਸੀਗਾ ਗਾਰਡਨਰ ਨੂੰ ਲੈ ਕੇ। ਸੋ ਨੈਕਸਟ ਆਪਾਂ ਕਰਦੇ ਹਾਂ ਜੀ ਥਿਊਰੀ ਕਿਹੜੀ ਹੈ ਨਾਲ, ਕਿਉਂਕਿ ਇਹ ਕਾਫੀ ਜਿਹੜਾ ਵੱਡਾ ਹੈ ਜਿਹੜਾ ਟੌਪਿਕ ਹੈ। ਸੋ ਇਹਦੇ ਵਿੱਚ ਆਪਾਂ ਨੂੰ ਜਿਹੜਾ ਸਾਰੇ ਹੀ ਜਿਹੜਾ ਕਵਰ ਕਰਨਾ ਪਵੇਗਾ। ਸੋ ਮੈਂ ਇੱਕ ਹੀ ਵੀਡੀਓ ਦੇ ਵਿੱਚ ਕਰਵਾ ਰਹੀ ਹਾਂ ਤੁਹਾਨੂੰ ਸਾਰਾ ਕੁਝ। ਸੋ ਇਮੋਸ਼ਨਲ ਡਿਵੈਲਪਮੈਂਟ ਐਂਡ ਇੰਟੈਲੀਜੈਂਸ ਦੀ ਆਪਾਂ ਗੱਲ ਕਰਾਂਗੇ। ਸੋ ਇਮੋਸ਼ਨਲ ਡਿਵੈਲਪਮੈਂਟ ਐਂਡ ਇੰਟੈਲੀਜੈਂਸ, ਸੋ ਇਮੋਸ਼ਨਲ ਡਿਵੈਲਪਮੈਂਟ ਹੈ ਜੋ ਤੇ ਇੰਟੈਲੀਜੈਂਸ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਸੋ ਇਹ ਸਭ ਦੇ ਬਾਰੇ ਦੇ ਵਿੱਚ ਆਪਾਂ ਇੱਥੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਕਿ ਇਮੋਸ਼ਨ ਹੈ ਜੋ ਇਮੋਸ਼ਨਲ ਸ਼ਬਦ ਹੈ ਜੀ ਇਹ ਕਿੱਥੋਂ ਇਹਦੀ ਉਤਪਤੀ ਹੋਈ, ਕੀ ਹੈ ਇਹ। ਸੋ ਇਮੋਸ਼ਨ ਸ਼ਬਦ ਦੀ ਉਤਪਤੀ ਹੈ ਜਿਹੜੀ ਉਹ ਲਤੀਨੀ ਭਾਸ਼ਾ ਦੇ ਸ਼ਬਦ ਇਮੋਵਰ ਤੋਂ ਹੋਈ ਸੀਗੀ, ਜਿਸ ਦਾ ਅਰਥ ਹੈ ਹਿਲਾਉਣਾ, ਉਤੇਜਿਤ ਕਰਨਾ ਜਾਂ ਹਿਲਜੁਲ ਪੈਦਾ ਕਰਨਾ। ਸੋ ਇਮੋਸ਼ਨ ਜੋ ਸ਼ਬਦ ਦੀ ਜਿਹੜੀ ਉਤਪਤੀ ਸੀ ਉਹ ਲਤੀਨੀ ਭਾਸ਼ਾ ਦੇ ਸ਼ਬਦ ਇਮੋਵਰ ਤੋਂ ਹੋਈ ਸੀਗੀ, ਸੋ ਜਿਸ ਦਾ ਅਰਥ ਹੈ ਹਿਲਾਉਣਾ, ਉਤੇਜਿਤ ਕਰਨਾ ਜਾਂ ਹਿਲਜੁਲ ਪੈਦਾ ਕਰਨਾ। ਸੋ ਇੱਕ ਰਾਈਟਰ ਹੈ ਜੀ ਰੈਥਸ। ਸੋ ਇਹਨੇ ਜਿਹੜਾ ਇੱਕ ਜਿਹੜੀ ਡੈਫੀਨੇਸ਼ਨ ਆਪਣੀ ਦਿੱਤੀ ਸੀ, ਇਮੋਸ਼ਨਸ ਕਲਰ ਆਵਰ ਲਾਈਫ। ਸੋ ਜਿਹੜੇ ਇਮੋਸ਼ਨਸ ਹੁੰਦੇ ਨੇ ਉਹ ਆਪਣੀ ਲਾਈਫ ਨੂੰ ਜਿਹੜਾ ਕਲਰ ਹੈ ਉਹ ਦਿੰਦੇ ਨੇ। ਸੋ ਇਹ ਰੈਥਸ ਦੀ ਸੀਗੀ, ਇਮੋਸ਼ਨਸ ਕਲਰਸ ਆਵਰ ਲਾਈਫ। ਸੋ ਇਹ ਵੀ ਜਿਹੜੇ ਕਈ ਵਾਰੀ ਜਿਹੜੇ ਐਗਜ਼ੈਕਟ ਜਿਹੜੀ ਹੈ ਡੈਫੀਨੇਸ਼ਨ ਪਾ ਕੇ ਪੁੱਛ ਲਿਆ ਜਾਂਦਾ ਜੀ ਇਹ ਕਿਹੜੇ ਥਿੰਕਰ ਦੇ ਦੁਆਰਾ ਦਿੱਤੀ ਗਈ ਡੈਫੀਨੇਸ਼ਨਸ ਹੈ। ਸੋ ਇਸ ਬਾਰੇ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇਮੋਸ਼ਨ ਸ਼ਬਦ ਲਤੀਨੀ ਭਾਸ਼ਾ ਤੋਂ ਲਿਆ ਗਿਆ ਸੀ ਇਮੋਵਰ ਤੋਂ, ਤੇ ਇਹਦਾ ਅਰਥ ਹੁੰਦਾ ਜੀ ਹਿਲਾਉਣਾ, ਉਤੇਜਿਤ ਕਰਨਾ ਜਾਂ ਹਿਲਜੁਲ ਪੈਦਾ ਕਰਨਾ। ਸੋ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਉਹ ਹੈਗਾ ਜੀ ਮੈਕਡੂਗਲ ਨੇ ਵੀ ਦਿੱਤੀ ਸੀ। ਉਹਦੇ ਦੇ ਅਨੁਸਾਰ ਸੀਗਾ ਕਿ ਸਵੇਗ ਬਿਰਤੀ ਦਾ ਦਿਲ ਹੈ, ਮਤਲਬ ਇਮੋਸ਼ਨ ਹੈ ਨਹੀਂ ਜਿਹੜਾ ਉਹ ਬਿਰਤੀ ਦਾ ਦਿਲ ਹੈ। ਸੋ ਸਵੇਗ ਇਹਨੂੰ ਜਿਹੜਾ ਇਮੋਸ਼ਨਸ ਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਜਿਹੜਾ ਸਵੇਗ ਹੈ ਉਹ ਕਹਿ ਦਿੱਤਾ ਜਾਂਦਾ ਹੈ। ਸੋ ਮੈਕਡੂਗਲ ਦੇ ਅਨੁਸਾਰ ਸੀਗਾ ਜਿਹੜਾ ਸਵੇਗ ਹੈ ਉਹ ਬਿਰਤੀ ਦਾ ਦਿਲ ਹੈ। ਸੋ ਨੈਕਸਟ ਆ ਗਿਆ ਜੀ ਜੇ.ਬੀ. ਵਰਡਸਨ ਨੇ। ਸੋ ਜੇ.ਬੀ. ਵਰਡਸਨ ਨੇ ਇਮੋਸ਼ਨਲ ਇੰਟੈਲੀਜੈਂਸ ਨੂੰ ਫੀਅਰ, ਐਂਗਰ ਅਤੇ ਲਵ ਕਿਹਾ ਹੈ, FAL ਕਿਹਾ ਹੈ। ਸੋ ਜੇ.ਬੀ. ਜਿਹੜਾ ਵਰਡਸਨ ਸੀ ਉਹਨੇ ਜਿਹੜਾ ਇਮੋਸ਼ਨਲ ਇੰਟੈਲੀਜੈਂਸ ਨੂੰ ਜਿਹੜਾ FAL ਕਿਹਾ ਹੈ, ਫੀਅਰ, ਐਂਗਰ ਤੇ ਲਵ। ਫੀਅਰ, ਐਂਗਰ ਤੇ ਲਵ। ਜੇ.ਬੀ. ਵਰਡਸਨ ਨੇ ਇਹਨੂੰ ਕਿਹਾ ਜੀ ਇਮੋਸ਼ਨਲ ਇੰਟੈਲੀਜੈਂਸ ਨੂੰ ਕਿਹਾ ਜੀ ਫੀਅਰ, ਐਂਗਰ ਤੇ ਲਵ ਫਾਲ, FAL ਇਹਨੂੰ ਆਪਾਂ ਕਹਿੰਦੇ ਹਾਂ। ਇਹ ਵੀ ਬਹੁਤ ਹੀ ਇੰਪੋਰਟੈਂਟ ਹੈ ਜੀ, ਕਈ ਵਾਰੀ ਪੁੱਛ ਲਿਆ ਜਾਂਦਾ ਜੀ FAL ਜਿਹੜਾ ਸੀਗਾ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ ਕਿਹਦੇ ਨਾਲ ਸੰਬੰਧਿਤ ਹੈ, ਤਾਂ ਇੱਥੇ ਆਪਾਂ ਜੇ.ਬੀ. ਵਰਡਸਨ ਤੇ ਜਿਹੜਾ ਟਿੱਕ ਹੈ ਉਹ ਲਗਾਵਾਂਗੇ, ਜਿਹਦਾ ਮਤਲਬ ਹੈਗਾ ਜੀ ਫੀਅਰ, ਐਂਗਰ ਤੇ ਲਵ। ਸੋ ਨੈਕਸਟ ਹੈਗਾ ਜੀ ਇਮੋਸ਼ਨਸ ਤੇ ਕੋਗਨੀਸ਼ਨ। ਸੋ ਇਹਨਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ, ਇਹ ਦੋਨੋਂ ਹੀ ਹੈ ਜੋ ਇਮੋਸ਼ਨਸ ਤੇ ਕੋਗਨੀਸ਼ਨਸ ਹੈ ਇਹ ਦੋਨੋਂ ਇੱਕ ਦੂਜੇ ਨੂੰ ਜਿਹੜਾ ਪ੍ਰਭਾਵਿਤ ਹੈ ਉਹ ਕਰਦੇ ਆ। ਇਮੋਸ਼ਨਸ ਦੇ ਵਿੱਚ ਟੂ ਮੂਵ ਹੈ ਜੀ, ਤੇ ਕੋਗਨੀਸ਼ਨ ਦੇ ਵਿੱਚ ਜਿਹੜਾ ਮੈਂਟਲ ਥਿੰਕਿੰਗ ਹੈ, ਪ੍ਰੋਬਲਮ ਸੋਲਵਿੰਗ ਹੈ ਤੇ ਰੀਜ਼ਨਿੰਗ ਜਿਹੜੀ ਮੈਮਰੀ ਹੈ ਉਹ ਸ਼ਾਮਲ ਹੁੰਦੀ ਹੈ। ਕੋਗਨੀਸ਼ਨ ਦੇ ਵਿੱਚ ਜਿਹੜੀ ਮੈਂਟਲ ਥਿੰਕਿੰਗ ਉਹ ਸ਼ਾਮਲ ਹੁੰਦੀ ਹੈ, ਪ੍ਰੋਬਲਮ ਸੋਲਵਿੰਗ ਤੇ ਰੀਜ਼ਨਿੰਗ ਮੈਮਰੀ। ਕੋਗਨੀਸ਼ਨ ਮੈਂਟਲ ਐਬਿਲਿਟੀ, ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਮੈਮਰੀ। ਕੋਗਨੀਸ਼ਨ ਦੇ ਵਿੱਚ ਲਗਾ ਲਓ ਤੁਸੀਂ ਇਹ ਆਪਣੇ ਮਾਈਂਡ ਦੇ ਨਾਲ ਸੰਬੰਧਿਤ ਹੋਗੀ, ਜਿਹਦੇ ਵਿੱਚ ਮੈਂਟਲ ਥਿੰਕਿੰਗ, ਸੋ ਕੋਈ ਵੀ ਸਮੱਸਿਆ ਉਹਨੂੰ ਹੱਲ ਕਰਨਾ, ਸੋ ਰੀਜ਼ਨਿੰਗ ਜਿਹੜੀ ਮੈਮਰੀ ਹੈ ਸਾਰਾ ਕੁਝ ਸ਼ਾਮਲ ਹੈ। ਸੋ ਦੋਨੋਂ ਹੀ ਇਮੋਸ਼ਨਸ ਜਿਹੜਾ ਆਪਣਾ ਕੋਗਨੀਸ਼ਨ ਨੂੰ ਪ੍ਰਭਾਵਿਤ ਕਰਦਾ ਆਪਣੇ ਮਾਈਂਡ ਨੂੰ, ਤੇ ਆਪਣਾ ਮਾਈਂਡ ਜਿਹੜਾ ਇਮੋਸ਼ਨਸ ਨੂੰ ਹੀ ਜਿਹੜਾ ਪ੍ਰਭਾਵਿਤ ਹੈ ਉਹ ਕਰਦਾ ਹੈ। ਸੋ ਇਮੋਸ਼ਨਸ ਆਫ ਡਿਫਰੈਂਟ ਸਟੇਜਸ ਆਫ ਡਿਵੈਲਪਮੈਂਟ। ਸੋ ਇਮੋਸ਼ਨਸ ਗੱਲ ਕਰਾਂਗੇ ਆਪਾਂ ਜੀ, ਜਿਹੜਾ ਇਮੋਸ਼ਨਸ ਹੈ ਉਹ ਆਪਣੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਇੱਕ ਬੱਚੇ ਦੀ, ਸੋ ਅਲੱਗ-ਅਲੱਗ ਸਟੇਜਸ 'ਤੇ ਜਿਹੜਾ ਪ੍ਰਭਾਵ ਹੈ ਉਹ ਪੈਂਦਾ ਹੈ, ਕਦੋਂ ਜਿਹੜੀ ਕਿਹੜਾ ਜਿਹੜਾ ਇਮੋਸ਼ਨਸ ਹੈ ਜੀ ਉਹ ਡਿਵੈਲਪ ਹੁੰਦਾ ਹੈ। ਸੋ ਫਸਟ ਆ ਜਾਂਦਾ ਜੀ ਸ਼ਿਸ਼ੂ ਕਾਲ। ਸੋ ਨਵਜਾਤ ਸ਼ਿਸ਼ੂ ਕਾਲ ਵਿੱਚ ਸੰਵੇਗ ਪ੍ਰਗਟ ਕਰਨ ਦੀ ਜਿਹੜੀ ਯੋਗਤਾ ਹੈ ਉਹ ਹੁੰਦੀ ਹੈ। ਸੋ ਜਿਹੜਾ ਸ਼ਿਸ਼ੂ ਕਾਲ ਹੁੰਦਾ ਜੀ ਉਹਦੇ ਵਿੱਚ ਜਿਹੜੀ ਸੰਵੇਗ ਹੈ ਆਪਦੇ ਇਮੋਸ਼ਨਸ ਹੈ ਉਹ ਪ੍ਰਗਟ ਕਰਨ ਦੀ ਜਿਹੜੀ ਯੋਗਤਾ ਹੈ ਉਹ ਬੱਚੇ ਦੇ ਵਿੱਚ ਹੁੰਦੀ ਹੈ। ਸੋ ਬੱਚਾ ਜਿਹੜਾ ਛੋਟਾ ਜਿਹਾ ਹੀ ਹੁੰਦਾ ਤਾਂ ਉਦੋਂ ਹੀ ਜਿਹੜਾ ਉਹ ਰੋਣਾ ਤੇ ਹੱਸਣਾ ਜਿਹੜਾ ਉਹ ਸਿੱਖ ਲੈਂਦਾ। ਕਿ ਵੀ ਦੇਖਦੇ ਹਾਂ ਛੋਟੇ ਬੱਚੇ ਉਹ ਹੱਸ ਰਹੇ ਹੁੰਦੇ ਆ, ਕਦੀ ਰੋ ਰਹੇ ਹੁੰਦੇ ਹਨ। ਸੋ ਸੰਵੇਗ ਪ੍ਰਗਟ ਕਰਨ ਦੀ ਯੋਗਤਾ ਜਿਹੜੀ ਹੁੰਦੀ ਹੈ ਨਵਜਾਤ ਸ਼ਿਸ਼ੂ ਕਾਲ ਵਿੱਚ ਵੀ।
ਨੈਕਸਟ ਆ ਜਾਂਦਾ ਜੀ ਮੁੱਢਲਾ ਬਚਪਨ, ਪ੍ਰੀ ਚਾਈਲਡਹੁੱਡ ਆ ਜਾਂਦੀ ਹੈ ਸਟੇਜ। ਇਸ ਅਵਸਥਾ ਵਿੱਚ ਬੱਚੇ ਦੇ ਸੰਵੇਗ, ਗੁੱਸਾ, ਡਰ, ਉਤੇਜਨ ਹੁੰਦੇ ਹਨ, ਬੱਚਾ ਉਸ 'ਤੇ ਕੰਟਰੋਲ ਨਹੀਂ ਰੱਖ ਸਕਦਾ। ਸੋ ਇੱਥੇ ਜਿਹੜਾ ਗੁੱਸਾ ਹੁੰਦਾ ਜਾਂ ਡਰ ਹੁੰਦਾ ਹੈ, ਠੀਕ ਹੈ, ਇਹ ਜਿਹੜੇ ਇਹਦੇ ਵਿੱਚ ਜਿਹੜੀ ਉਤੇਜਨਾ ਇਹ ਆ ਜਾਂਦੀ ਹੈ, ਅਤੇ ਬੱਚਾ ਆਪਣੇ ਜਿਹੜਾ ਕੰਟਰੋਲ ਹੈ ਉਹ ਨਹੀਂ ਰੱਖ ਸਕਦਾ। ਪ੍ਰੀ ਚਾਈਲਡਹੁੱਡ ਸਟੇਜ ਦੇ ਵਿੱਚ ਜਿਹੜਾ ਉਤੇਜਨ ਹੋ ਜਾਂਦੇ ਨੇ, ਗੁੱਸਾ, ਡਰ, ਤੇ ਬੱਚਾ ਕੰਟਰੋਲ ਨਹੀਂ ਰੱਖ ਸਕਦਾ। ਸੋ ਬਾਅਦ ਦਾ ਜਿਹੜਾ ਬਚਪਨ ਹੈ ਜੀ, ਇਹ ਹੈਗਾ ਜੀ ਲੇਟਰ ਚਾਈਲਡਹੁੱਡ ਹੈ। ਸੰਵੇਗਾਂ ਨੂੰ ਜਿਹੜਾ ਕੰਟਰੋਲ ਕਰਨਾ ਜਿਹੜਾ ਬੱਚਾ ਹੈ ਉਹ ਇੱਥੇ ਸਿੱਖ ਜਾਂਦਾ ਹੈ ਜੀ। ਲੇਟਰ ਚਾਈਲਡਹੁੱਡ ਦੇ ਵਿੱਚ ਜਿਹੜਾ ਬੱਚਾ ਹੈ ਜੀ, ਲੇਟਰ ਚਾਈਲਡਹੁੱਡ ਦੇ ਵਿੱਚ ਜਿਹੜਾ ਬੱਚਾ ਜੀ ਉਹ ਸੰਵੇਗਾਂ ਨੂੰ ਜਿਹੜਾ ਕੰਟਰੋਲ ਕਰਨਾ ਉਹ ਸਿੱਖ ਜਾਂਦਾ ਹੈ। ਸ਼ਿਸ਼ੂ ਕਾਲ ਹੈ ਜੀ, ਮੁੱਢਲਾ ਬਚਪਨ ਹੈ ਜੀ, ਤੇ ਬਾਅਦ ਦਾ ਬਚਪਨ ਹੈ ਜੀ ਲੇਟਰ ਚਾਈਲਡਹੁੱਡ ਸੰਵੇਗਾਂ ਨੂੰ ਕੰਟਰੋਲ ਕਰਨਾ ਸਿੱਖਦਾ ਹੈ। ਸੋ ਅੱਗੋਂ ਆ ਗਈ ਹੈ ਜੀ ਕਿਸ਼ੋਰ ਅਵਸਥਾ, ਅਡੋਲਸੈਂਸ। ਇਸ ਅਵਸਥਾ ਵਿੱਚ ਬਾਲਕ ਬਹੁਤ ਹੀ ਜਿਹੜੇ ਭਾਵਨਾਤਮਕ ਹੁੰਦੇ ਹਨ। ਕਈ ਵਾਰੀ ਉਹ ਸਧਾਰਨ, ਚੁਸਤ ਅਤੇ ਪ੍ਰਸੰਨ ਹੁੰਦੇ ਆ, ਤੇ ਕਈ ਵਾਰ ਸੁਸਤ ਅਤੇ ਉਦਾਸ ਹੁੰਦੇ ਆ। ਸੋ ਕਿਸ਼ੋਰ ਅਵਸਥਾ ਦੇ ਵਿੱਚ ਇਸ ਅਵਸਥਾ ਵਿੱਚ ਜਿਹੜਾ ਬਾਲਕ ਹੈ ਉਹ ਬਹੁਤ ਹੀ ਜ਼ਿਆਦਾ ਜਿਹੜੇ ਭਾਵਨਾਤਮਕ ਹੁੰਦੇ ਆ। ਸੋ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਆ ਜੀ ਕਿਸ਼ੋਰ ਅਵਸਥਾ ਦੇ ਵਿੱਚ। ਕਈ ਵਾਰੀ ਉਹ ਸਧਾਰਨ, ਚੁਸਤ ਅਤੇ ਪ੍ਰਸੰਨ ਹੁੰਦੇ ਹਨ। ਕਈ ਵਾਰੀ ਉਹ ਸਧਾਰਨ, ਚੁਸਤ ਅਤੇ ਪ੍ਰਸੰਨ ਹੁੰਦੇ ਆ, ਤੇ ਕਈ ਵਾਰੀ ਸੁਸਤ ਅਤੇ ਉਦਾਸ ਹੁੰਦੇ ਆ। ਸੋ ਕਈ ਵਾਰੀ ਤਾਂ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਆ, ਤੇ ਕਈ ਵਾਰੀ ਉਹਨਾਂ ਨੂੰ ਜਿਹੜਾ ਉਦਾਸ ਹੈ ਕਿਸ਼ੋਰ ਅਵਸਥਾ ਦੇ ਵਿੱਚ ਦੇਖਿਆ ਜਾ ਸਕਦਾ ਹੈ। ਸੋ ਬਹੁਤ ਹੀ ਜ਼ਿਆਦਾ ਜਿਹੜੇ ਅਡੋਲਸੈਂਸ ਜਿਹੜੇ ਪੀਰੀਅਡ ਦੇ ਵਿੱਚ ਲਗਾ ਲਓ, ਅਵਸਥਾ ਦੇ ਵਿੱਚ ਲਗਾ ਲਓ, ਬਹੁਤ ਜ਼ਿਆਦਾ ਜਿਹੜੇ ਭਾਵਨਾਤਮਕ ਆ ਉਹ ਹੋ ਜਾਂਦੇ ਨੇ। ਸੋ ਇਹ 4 ਸਟੇਜਸ ਆ। ਸ਼ਿਸ਼ੂ ਕਾਲ ਦੇ ਵਿੱਚ ਹੁੰਦੇ ਆ ਜੀ ਸੰਵੇਗ, ਇਮੋਸ਼ਨਸ ਹੁੰਦੇ ਆ ਬੱਚੇ ਦੇ। ਮੁੱਢਲਾ ਬਚਪਨ ਦੇ ਵਿੱਚ ਉਤੇਜਨ ਹੋ ਜਾਂਦਾ ਜੀ, ਕੰਟਰੋਲ ਨਹੀਂ ਬੱਚਾ ਰੱਖ ਪਾਉਂਦਾ। ਲੇਟਰ ਚਾਈਲਡਹੁੱਡ ਦੇ ਵਿੱਚ ਕੰਟਰੋਲ ਕਰਨਾ ਸਿੱਖਦਾ ਹੈ, ਤੇ ਕਿਸ਼ੋਰ ਅਵਸਥਾ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਭਾਵਾਤਮਕ ਹੋ ਜਾਂਦਾ ਹੈ। ਸੋ ਉਹ ਜਿਹੜਾ ਪ੍ਰਸੰਨ ਵੀ ਹੁੰਦਾ ਤੇ ਉਹ ਉਦਾਸ ਵੀ ਹੁੰਦਾ ਹੈ। ਸੋ ਇਮੋਸ਼ਨਲ ਮੈਚਿਓਰਿਟੀ ਕੀ ਹੁੰਦੀ ਹੈ? ਇੱਕ ਵਿਅਕਤੀ ਨੂੰ ਭਾਵਨਾਤਮਕ ਤੌਰ 'ਤੇ ਮੈਚਿਓਰ ਉਸ ਵੇਲੇ ਕਿਹਾ ਜਾਂਦਾ ਹੈ ਜਦੋਂ ਉਚਿਤ ਹਾਲਾਤ ਵਿੱਚ ਅਨੁਭਵ ਕਰਦਾ ਹੈ ਤੇ ਉਸਨੂੰ ਉਚਿਤ ਢੰਗ ਨਾਲ ਜਿਹੜਾ ਪ੍ਰਗਟ ਹੈ ਉਹ ਕਰਦਾ। ਸੋ ਇਮੋਸ਼ਨਲ ਮੈਚਿਓਰਿਟੀ ਹੈ ਜੋ ਇਹਦੇ ਵਿੱਚ ਜਿਹੜਾ ਵਿਅਕਤੀ ਆ ਉਹ ਜਿਹੜਾ ਇੱਕ ਵਿਅਕਤੀ ਨੂੰ ਜਿਹੜਾ ਭਾਵਨਾਤਮਕ ਤੌਰ 'ਤੇ ਜਿਹੜੀ ਮੈਚਿਓਰ ਉਸ ਵੇਲੇ ਕਿਹਾ ਜਾਂਦਾ ਜਦੋਂ ਵੀ ਕੋਈ ਵੀ ਜਿਹੜੀ ਸਮੱਸਿਆ ਉਹਦੇ ਸਾਹਮਣੇ ਆਉਂਦੀ ਹੈ ਤਾਂ ਉਹਨੂੰ ਜਿਹੜਾ ਉਹ ਅਨੁਭਵ ਕਰਦਾ ਹੈ ਤੇ ਉਸ ਨੂੰ ਜਿਹੜਾ ਉਚਿਤ ਢੰਗ ਨਾਲ ਜਿਹੜਾ ਪ੍ਰਗਟ ਕਰਦਾ ਹੈ ਤੇ ਸਹੀ ਤਰੀਕੇ ਦੇ ਨਾਲ ਜਿਹੜਾ ਇਹ ਆਪਣੇ ਜਿਹੜੇ ਇਮੋਸ਼ਨਸ ਆ ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਕਰਦਾ। ਤਾਂ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਇਸ ਵਿਅਕਤੀ ਦੇ ਵਿੱਚ ਜਿਹੜੀ ਇਮੋਸ਼ਨਲ ਜਿਹੜੀ ਮੈਚਿਓਰਿਟੀ ਹੈ ਉਹ ਆ ਗਈ ਹੈ। ਸੋ ਇੱਕ ਵਿਅਕਤੀ ਨੂੰ ਭਾਵਨਾਤਮਕ ਤੌਰ 'ਤੇ ਮੈਚਿਓਰ ਉਸ ਵੇਲੇ ਕਿਹਾ ਜਾਂਦਾ ਹੈ ਜਦੋਂ ਉਹ ਉਚਿਤ ਹਾਲਾਤ ਵਿੱਚ ਅਨੁਭਵ ਕਰਦਾ ਹੈ ਤੇ ਉਸ ਨੂੰ ਉਚਿਤ ਢੰਗ ਦੇ ਨਾਲ ਜਿਹੜਾ ਪ੍ਰਗਟ ਹੈ ਉਹ ਕਰਦਾ ਹੈ। ਜੇਕਰ ਆਪਾਂ ਬੱਚੇ ਦਾ ਖਿਡੌਣਾ ਆਪਾਂ ਖੋਹ ਲੈਂਦੇ ਹਾਂ ਤਾਂ ਉਹ ਰੋਣ ਲੱਗ ਜਾਂਦਾ। ਸੋ ਇਹ ਮੈਚਿਓਰਿਟੀ ਹੈ ਨਾ। ਤੇ ਜੇਕਰ ਕੁਝ ਜਿਹੜਾ ਗਲਤ ਹੋ ਰਿਹਾ ਬਟ ਬੱਚਾ ਜਿਹੜਾ ਹੱਸ ਰਿਹਾ, ਠੀਕ ਹੈ, ਤਾਂ ਉਹ ਜਿਹੜੀ ਮੈਚਿਓਰਿਟੀ ਨਹੀਂ ਆਪਾਂ ਉਹਨੂੰ ਕਹਿ ਸਕਦੇ। ਸੋ ਹਾਲਾਤ ਦੇ ਅਨੁਸਾਰ ਜਦੋਂ ਉਚਿਤ ਢੰਗ ਦੇ ਨਾਲ ਆਪਣੀ ਇਮੋਸ਼ਨ ਦੀ ਜਿਹੜੀ ਵਰਤੋਂ ਹੈ ਉਹ ਕਰਦਾ ਤਾਂ ਉਹਨੂੰ ਆਪਾਂ ਜਿਹੜੀ ਮੈਚਿਓਰ ਆਪਾਂ ਕਹਿ ਸਕਦੇ ਹਾਂ ਕਿ ਹੁਣ ਇਹਦੇ ਜਿਹੜੇ ਇਮੋਸ਼ਨਲ ਆ ਉਹਦੇ ਵਿੱਚ ਜਿਹੜੀ ਮੈਚਿਓਰਿਟੀ ਆ ਉਹ ਆ ਚੁੱਕੀ ਹੈ। ਸੋ ਨੈਕਸਟ ਹੈ ਜੀ ਕੁਝ ਜਿਹੜੀਆਂ ਜ਼ਰੂਰੀ ਹੈ ਜੀ। ਸੋ 1990 ਦੇ ਵਿੱਚ ਯੇਲ ਯੂਨੀਵਰਸਿਟੀ ਦੇ 2 ਮਨੋਵਿਗਿਆਨੀਆਂ ਪੀਟਰ ਸੋਲਵੀ ਅਤੇ ਜੌਨ ਮੇਅਰ ਨੇ ਸੰਵੇਗਾਤਮਕ ਬੁੱਧੀ ਦਾ ਜਿਹੜਾ ਸੰਕਲਪ ਹੈ ਦਿੱਤਾ ਸੀਗਾ। ਸੋ ਇੱਕ 1990 ਦੇ ਵਿੱਚ ਹੋਏ ਆ ਜੀ ਪੀਟਰ ਸੋਲਵੀ ਤੇ ਜੌਨ ਮੇਅਰ। ਸੋ ਜੌਨ ਮੇਅਰ ਇਹਨਾਂ ਨੇ ਜਿਹੜਾ ਸੀਗਾ ਸੰਵੇਗਾਤਮਕ ਬੁੱਧੀ ਦਾ ਸੰਕਲਪ ਦਿੱਤਾ ਸੀਗਾ ਜੀ। ਯੇਲ ਯੂਨੀਵਰਸਿਟੀ ਦੇ ਜਿਹੜੇ ਆ 2 ਮਨੋਵਿਗਿਆਨੀ ਹੋਏ ਆ ਜੀ 1990 ਦੇ ਵਿੱਚ। 1990 ਦੇ ਵਿੱਚ ਯੇਲ ਯੂਨੀਵਰਸਿਟੀ ਦੇ 2 ਮਨੋਵਿਗਿਆਨੀ ਹੋਏ ਆ ਜੀ ਪੀਟਰ ਸੋਲਵੀ ਤੇ ਜੌਨ ਮੇਅਰ, ਜਿਨ੍ਹਾਂ ਨੇ ਜਿਹੜਾ ਸੀ ਸੰਵੇਗਾਤਮਕ ਬੁੱਧੀ ਦਾ ਜਿਹੜਾ ਸੰਕਲਪ ਹੈ ਉਹ ਦਿੱਤਾ ਸੀਗਾ। ਸੰਵੇਗਾਤਮਕ ਬੁੱਧੀ ਦੇ ਵਿਕਾਸ ਦੇ ਵਿੱਚ ਅਧਿਆਪਕ ਦੀ ਕੀ ਭੂਮਿਕਾ ਜੀ? ਠੀਕ ਹੈ, ਫਸਟ ਹੈ ਜੀ ਸੰਵੇਗਾਂ ਨੂੰ ਸਮਝਣ ਦੀ ਜਿਹੜੀ ਯੋਗਤਾ ਹੋਣੀ ਚਾਹੀਦੀ ਹੈ ਜੀ। ਸੰਵੇਗਾਤਮਕ ਬੁੱਧੀ ਦਾ ਜਿਹੜਾ ਵਿਕਾਸ ਹੈ, ਇਮੋਸ਼ਨਸ ਇੰਟੈਲੀਜੈਂਸ ਦਾ ਜੋ ਡਿਵੈਲਪਮੈਂਟ ਹੈ, ਅਧਿਆਪਕ ਦੀ ਕੀ ਭੂਮਿਕਾ? ਇੱਕ ਤਾਂ ਅਧਿਆਪਕ ਦੇ ਵਿੱਚ ਯੋਗਤਾ ਹੋਣੀ ਚਾਹੀਦੀ ਹੈ ਕਿ ਉਹ ਸੰਵੇਗਾਂ ਨੂੰ ਜਿਹੜੀ ਸਮਝਣ ਦੀ ਜਿਹੜੀ ਯੋਗਤਾ ਹੈ ਉਹ ਹੋਵੇ ਅਧਿਆਪਕ ਦੇ ਵਿੱਚ। ਸੈਕਿੰਡ ਹੈ ਜੀ ਵਿਦਿਆਰਥੀ ਨੂੰ ਸਮਾਨਭੂਤੀ ਨਾਲ ਪੜ੍ਹਾਇਆ ਜਾਵੇ, ਐਮਫੈਥੀ ਦੇ ਨਾਲ ਪੜ੍ਹਾਇਆ ਜਾਵੇ। ਸੋ ਜਿੱਥੇ ਐਮਫੈਥੀ ਹੈ ਜੀ ਉੱਥੇ ਤੁਸੀਂ ਟਿਕ ਕਰਨਾ ਹੈ। ਇਹ ਨਹੀਂ ਹੈ ਕਿ ਉਹਨੂੰ ਤਰਸ ਦੇ ਤੌਰ 'ਤੇ ਪੜ੍ਹਾਇਆ ਜਾਵੇ, ਉਹ ਗਲਤ ਹੋਵੇਗਾ। ਸਮਾਨਭੂਤੀ ਦੇ ਨਾਲ ਪੜ੍ਹਾਇਆ ਜਾਵੇ, ਐਮਫੈਥੀ ਦੇ ਨਾਲ ਪੜ੍ਹਾਇਆ ਜਾਵੇ, ਇਹ ਬਹੁਤ ਹੀ ਇੰਪੋਰਟੈਂਟ ਹੈ ਜੀ। ਵਿਦਿਆਰਥੀਆਂ ਨੂੰ ਜਿਹੜਾ ਸਮਾਨਭੂਤੀ ਦੇ ਨਾਲ ਜਿਹੜਾ ਪੜ੍ਹਾਇਆ ਜਾਵੇ।
थर्ड है जी भावनावां की देखभाल करन दी कला जिहड़ी अध्यापक कोल होनी चाहिए। सो भावनावां की देखभाल जिहड़ी अध्यापक जिहड़ा कर सके। 4 नंबर है जी विद्यार्थी विच अध्यापक संवेगां दा लोड़ींदा विकास करे। सो विद्यार्थी विच जिहड़ा है अध्यापक जिहड़ा संवेगां दा जिहड़ा लोड़ींदा जिहड़ा विकास है वो कर सके। अध्यापक अजिहा होना चाहिए कि विद्यार्थी विच अध्यात्मक संवेगां दा जिहड़ा लोड़ींदा विकास है वो कर सके। सो संवेगां दा सिੱਖਿਆ ਦੇ ਵਿੱਚ ਕੀ ਮਹੱਤਵ ਹੈ ਜੀ। ਸੰਵੇਗਾਂ ਦਾ ਇਮੋਸ਼ਨ ਦਾ ਸਿੱਖਿਆ ਦੇ ਵਿੱਚ ਕੀ ਮਹੱਤਵ ਹੈ। ਫਸਟ ਹੈ ਜੀ ਪੋਜ਼ਿਟਿਵ ਇਮੋਸ਼ਨ ਦਾ ਸਿੱਧਾ ਸੰਬੰਧ ਇੱਛਾ ਤੇ ਆਤਮ ਪ੍ਰੇਰਨਾ ਦੇ ਨਾਲ ਹੈਗਾ ਜੀ। ਪੋਜ਼ਿਟਿਵ ਇਮੋਸ਼ਨ ਦਾ ਜਿਹੜਾ ਸਿੱਧਾ ਸੰਬੰਧ ਹੈ ਜੀ ਉਹ ਇੱਛਾ ਤੇ ਆਤਮ ਪ੍ਰੇਰਨਾ ਦੇ ਨਾਲ ਹੈ। ਸੋ ਪੋਜ਼ਿਟਿਵ ਇਮੋਸ਼ਨ ਦਾ ਸਿੱਧਾ ਸੰਬੰਧ ਇੱਛਾ ਤੇ ਆਤਮ ਪ੍ਰੇਰਨਾ ਦੇ ਨਾਲ ਹੈ। ਸੈਕਿੰਡ ਹੈ ਜੀ ਪੋਜ਼ਿਟਿਵ ਇਮੋਸ਼ਨਸ ਅਤੇ ਮੋਟੀਵੇਸ਼ਨ ਕਿਸੇ ਵੀ ਕੰਮ ਵਿੱਚ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ ਜੀ। ਸੋ ਜਿਹੜਾ ਪੋਜ਼ਿਟਿਵ ਇਮੋਸ਼ਨਸ ਹੁੰਦਾ ਜੀ ਉਹ ਮੋਟੀਵੇਟ ਕਰਦਾ ਤੇ ਕੋਈ ਵੀ ਜਿਹੜਾ ਕੰਮ ਹੈ ਉਹਨੂੰ ਆਪਾਂ ਜਿਹੜਾ ਸਹੀ ਤਰੀਕੇ ਨਾਲ ਜਿਹੜਾ ਕਰ ਪਾਉਂਦੇ ਆ। ਸੋ ਆਪਣੀ ਇੱਛਾ ਨੂੰ ਜਿਹੜੀ ਅਚੀਵ ਕਰਨ ਦੇ ਵਿੱਚ ਵੀ ਜਿਹੜਾ ਹੈਲਪ ਹੈ ਉਹ ਕਰਦਾ ਜੀ ਪੋਜ਼ਿਟਿਵ ਇਮੋਸ਼ਨਸ। ਸੋ ਇਹ ਹਾਂਜੀ ਨੈਕਸਟ ਹੋਰ ਵੀ ਹੈ ਸਿੱਖਿਆ ਵਿੱਚ ਮਿਲੀ ਖੁਸ਼ੀ ਸਾਡੇ ਅੰਦਰ ਮੁੱਲਾਂ ਦਾ ਵਿਕਾਸ ਕਰਦੀ ਹੈ। ਸੋ ਸਿੱਖਣ ਦੇ ਵਿੱਚ ਜਿਹੜੀ ਆਪਾਂ ਨੂੰ ਖੁਸ਼ੀ ਮਿਲਦੀ ਹੈ ਜੀ ਇਹ ਸਾਡੇ ਅੰਦਰ ਜਿਹੜਾ ਮੁੱਲਾਂ ਦਾ ਜਿਹੜਾ ਵਿਕਾਸ ਵੀ ਕਰਦੀ ਹੈ। ਸੋ ਇਮੋਸ਼ਨਸ ਐਜੂਕੇਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਮਹੱਤਵਪੂਰਨ ਵੀ ਹੈਗੀ ਹੈ। ਸੋ ਇਹ ਜਿਹੜਾ ਸੰਵੇਗਾਂ ਦਾ ਸਿੱਖਿਆ ਦੇ ਵਿੱਚ ਮਹੱਤਵ ਸੋ ਕੁਝ ਜਿਹੜੀਆਂ ਗੱਲਾਂ ਸੀਗੀਆਂ ਇਹ ਬੇਸਿਕ ਸੀਗੀਆਂ ਇਹਨਾਂ ਨੂੰ ਮੈਂ ਤੁਹਾਡੇ ਨਾਲ ਜਿਹੜਾ ਸ਼ੇਅਰ ਹੈ ਉਹ ਕਰ ਦਿੱਤਾ। ਸੋ ਇਹ ਸੀਗਾ ਜੀ ਆਪਣਾ ਲਗਾ ਲਓ ਤੁਸੀਂ ਇੰਟੈਲੀਜੈਂਸ ਦੇ ਨਾਲ ਜਿਹੜੇ ਕੰਪਲੀਟ ਜਿਹੜੇ ਨੋਟਸ ਸੀਗੇ ਸੋ ਜਿਨ੍ਹਾਂ ਦੇ ਵਿੱਚ ਮਲਟੀ ਡਾਇਮੈਂਸ਼ਨਲ ਇੰਟੈਲੀਜੈਂਸ ਕ੍ਰਿਟੀਕਲ ਪਰਸਪੈਕਟਿਵਸ ਆਫ ਦਾ ਕੰਸਟਰਕਟ ਆਫ ਇੰਟੈਲੀਜੈਂਸ ਇਹ ਸਾਰੇ ਜਿਹੜੇ ਮੈਂ ਕਵਰ ਕਰਵਾ ਦਿੱਤੇ ਆ। ਸੋ ਵੀਡੀਓ ਕਾਫੀ ਵੱਡੀ ਹੋ ਗਈ ਕਿਉਂਕਿ ਇਹਦੇ ਵਿੱਚ ਜਿਹੜੀਆਂ ਥਿਊਰੀਜ਼ ਆ ਉਹੀ ਬਹੁਤ ਜ਼ਿਆਦਾ ਵੱਡੀਆਂ ਸੀਗੀਆਂ। ਸੋ ਮੈਂ ਇਕੱਠੀਆਂ ਹੀ ਜਿਹੜੀਆਂ ਕੰਪਲੀਟ ਹੈ ਤੁਹਾਨੂੰ ਉਹ ਮੈਂ ਕਰਵਾ ਚੁੱਕੀ ਹਾਂ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫॉर ਵਾਚਿੰਗ।